2 ਘੰਟੇ ਪੁੱਛਗਿੱਛ ਹੋਈ ਤੁਹਾਡੇ ਤੋਂ 2 ਘੰਟੇ ਰੁਕਿਆ ਕਿਉਂ ਗਿਆ ਸੀ ਵਜ੍ਹਾ ਕੀ ਸੀਗੀ ਇਸ ਦੇ ਪਿੱਛੇ ਦੀ ਉਹ ਕਹਿੰਦੇ ਹੁਣ ਸਾਨੂੰ ਕਲੀਅਰੈਂਸ ਲੈਣੀ ਪੈਣੀ ਹੈ, ਸਾਰੀ ਗੱਲ ਦੀ ਤਫਤੀਸ਼ ਹੋਊਗੀ। ਤਾਂ ਜਦ ਤੱਕ ਦਿੱਲੀ ਤੋਂ ਸਾਨੂੰ ਕਲੀਅਰੈਂਸ ਨਹੀਂ ਆਉਂਦੀ ਤੇ ਅਸੀਂ ਕੁਝ ਕਰ ਨਹੀਂ ਸਕਦੇ, ਤੁਸੀਂ ਤੁਹਾਨੂੰ ਇੱਥੇ ਬੈਠਣਾ ਪਊਗਾ। ਪਰ ਫਿਰ 2.5 ਘੰਟਿਆਂ ਤੋਂ ਬਾਅਦ ਜੋ ਏਅਰਪੋਰਟ ਦੇ ਜਿਹੜੇ ਅਧਿਕਾਰੀ ਸੀ ਉਹ ਕਹਿੰਦੇ ਵੀ ਦੇਖੋ ਹੁਣ ਸਾਡੀ ਤਫਤੀਸ਼ ਹੋ ਗਈ ਪੂਰੀ, ਸਾਨੂੰ ਕਲੀਅਰੈਂਸ ਮਿਲ ਗਈ ਆ ਤੇ ਮਸਲਾ ਸਾਰਾ ਸੁਲਝ ਗਿਆ ਆ ਤੇ ਤੁਸੀਂ ਹੁਣ ਜਾ ਸਕਦੇ ਹੋ। ਤੁਹਾਡੀ ਸ਼ਿਕਾਇਤ ਕੀਤੀ ਸੀ, ਕੰਪਲੇਂਟ ਕੀਤੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੰਪਲੇਂਟ ਬਹੁਤ ਸਾਰੀਆਂ ਹੋਈਆਂ ਸੀ, ਹੇਟਰਸ ਜਿਹੜੇ ਸੀ ਉਹਨਾਂ ਨੇ ਕਿਹਾ ਕਿ OCI ਕਾਰਡ ਜਿਹੜਾ ਇਹਨਾਂ ਦਾ ਰੱਦ ਹੋਣਾ ਚਾਹੀਦਾ। ਜਦੋਂ ਮੈਂ ਪਿਛਲੇ ਸਾਲ ਇੱਥੇ ਆਇਆ ਸੀ ਤਾਂ ਇੱਥੇ ਕਈ ਜਿਹੜੇ ਸ਼ਰਾਰਤੀ ਅਨਸਰ ਸੀ ਉਹਨਾਂ ਨੇ ਉੱਥੇ ਬਿਆਨਬਾਜ਼ੀ ਕੀਤੀ ਸੀਗੀ ਵੀ ਇਹ ਬੰਦਾ ਜੀ ਇਹ ਕਿਸਾਨ ਮੋਰਚੇ ਵੇਲੇ ਇਹਨੇ ਇੱਦਾਂ ਆਖਿਆ ਸੀ, ਇਹ ਤਾਂ ਐਂਟੀ ਨੈਸ਼ਨਲ, ਇਹ ਤਾਂ ਐਂਟੀ ਇੰਡੀਆ ਹੈ, ਇਹ ਤਾਂ ਵੱਖਵਾਦੀ ਇੱਦਾਂ ਦਾ। ਮੈਂ ਕਿਹਾ ਉਹ ਜਿਹੜੇ ਗਲਤ ਵਿਅਕਤੀਆਂ ਨੇ ਉਦੋਂ ਵੀ ਕਿਹਾ ਸੀਗਾ ਵੀ ਇਹਦਾ ਵੀਜ਼ਾ ਰੱਦ ਹੋਵੇ। ਤਾਂ ਇਹ ਮੈਨੂੰ ਲੱਗਦਾ ਸ਼ਾਇਦ ਉਹਨਾਂ ਸਾਰਿਆਂ ਦੀਆਂ ਸ਼ਿਕਾਇਤਾਂ ਦੀ ਬਦੌਲਤ ਜੋ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੋਣੀ ਆ। ਅੰਦੋਲਨ ਕਰਕੇ ਤੁਸੀਂ ਬੋਲਦੇ ਰਹੇ ਹੋ, ਤੁਹਾਨੂੰ ਲੱਗਦਾ ਇਸੇ ਕਰਕੇ ਤੁਹਾਨੂੰ ਵਾਰ-ਵਾਰ ਟਾਰਗੇਟ ਕੀਤਾ ਜਾ ਰਿਹਾ? ਇਹ ਮੈਨੂੰ ਕੀਮਤ ਅਦਾ ਕਰਨੀ ਪਈ ਆ ਵੀ ਜਿਹੜੇ ਮਨੁੱਖੀ ਅਧਿਕਾਰਾਂ ਤੇ ਜਦੋਂ ਆਪਾਂ ਆਵਾਜ਼ ਬੁਲੰਦ ਕਰਦੇ, ਸੱਚ ਹੱਕ ਦੀ ਆਵਾਜ਼ ਕਰਦੇ ਆ, ਤਾਂ ਖਾਸ ਤੌਰ ਤੇ ਜੇ ਆਪਾਂ ਘੱਟ ਗਿਣਤੀਆਂ ਲਈ ਜਾਂ ਮਜ਼ਲੂਮਾਂ ਲਈ ਜਦੋਂ ਆਪਾਂ ਖੜਦੇ ਆ ਤਾਂ ਉਹਦਾ ਖਮਿਆਜਾ ਆਪਾਂ ਨੂੰ ਕਿਤੇ ਨਾ ਕਿਤੇ ਭੁਗਤਣਾ ਪੈਂਦਾ ਹੈ। ਉਹ ਆਹ ਸ਼ਰਾਰਤੀ ਅਨਸਰਾਂ ਦੀਆਂ ਕਾਰਵਾਈਆਂ ਸਾਨੂੰ ਸਹਿਣੀਆਂ ਪੈਂਦੀਆਂ ਨੇ। ਅਵਤਾਰ ਸਿੰਘ ਖੰਡਾ ਦੀ ਡੈਥ ਹੋਈ, ਉਸ ਨੂੰ ਲੈ ਕੇ ਵੱਖ-ਵੱਖ ਤਰੀਕੇ ਦੀਆਂ ਖਬਰਾਂ, ਵੱਖ-ਵੱਖ ਤਰੀਕੇ ਦੀਆਂ ਗੱਲਾਂ, ਈਵਨ ਇੰਡੀਅਨ ਮੀਡੀਆ ਦੇ ਵਿੱਚ ਵੀ ਆਇਆ ਕਿ ਜ਼ਹਿਰ ਦਿੱਤਾ, ਕੋਈ ਕਹਿੰਦਾ ਕੁਝ ਹੋਇਆ। ਇਸ ਨੂੰ ਲੈ ਕੇ ਤੁਸੀਂ ਕੋਈ ਥੋੜਾ ਬਹੁਤ ਜਾਣਕਾਰੀ ਵੀ ਹਾਸਲ ਕੀਤੀ ਕਿ ਆਖਰ ਵਜ੍ਹਾ ਕੀ ਹੋਈ ਹੈ? ਕਿਉਂਕਿ ਸਿੱਖ ਨੌਜਵਾਨ ਸੀਗਾ ਉਹ ਕਾਫੀ ਸਮੇਂ ਤੋਂ ਆਪਣੇ ਜੋ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਸੀਗਾ ਤਾਂ ਉਹਨਾਂ ਦੀ ਕੋਈ ਟਰਮੀਨਲ ਇਲਨੈਸ ਵੀ ਸੀਗੀ ਵੀ ਜਿਹੜੀ ਇੱਕ ਇਹੋ ਜਿਹੀ ਗੰਭੀਰ ਬਿਮਾਰੀ ਸੀ। ਕਾਫੀ ਸਮੇਂ ਤੋਂ ਜੂਝਦੇ ਰਹੇ ਸੀ ਤੇ ਉਹ ਫਿਰ ਪੂਰੇ ਹੋ ਗਏ। ਭਾਰਤੀ ਤਿਰੰਗੇ ਨੂੰ ਲੈ ਕੇ ਖਾਸ ਤੌਰ ਤੇ ਔਰ ਉੱਥੇ ਹਾਈ ਕਮਿਸ਼ਨ ਦੇ ਬਾਹਰ ਵੀ ਪ੍ਰੋਟੈਸਟ ਕੀਤਾ ਗਿਆ, ਤਿਰੰਗਾ ਉਤਾਰਿਆ ਗਿਆ, ਉੱਥੇ ਅਪਮਾਨ ਕੀਤਾ ਗਿਆ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਕਿਉਂ ਰਹੀਆਂ ਨੇ ਇਹ ਚੀਜ਼ਾਂ? ਕਾਫੀ ਥਾਵਾਂ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ। ਸਭ ਤੋਂ ਪਹਿਲਾਂ ਤੁਸੀਂ ਮਹਿਸੂਸ ਕੀ ਕਰਦੇ ਹੋ ਜਦੋਂ ਇਹੋ ਜਿਹੀਆਂ ਪਿਕਚਰਸ ਦੇਖਦੇ ਹੋ, ਇਹੋ ਜਿਹੇ ਵੀਡੀਓਜ਼ ਦੇਖਦੇ ਹੋ? ਹਰ ਇੱਕ ਨੂੰ ਹੱਕ ਆ ਪਰ ਸ਼ਾਂਤਮਈ ਢੰਗ ਦੇ ਨਾਲ ਕੋਈ ਵੀ ਰੋਸ ਪ੍ਰਦਰਸ਼ਨ ਕਰਨਾ ਆ, ਸ਼ਾਂਤਮਈ ਢੰਗ ਦੇ ਨਾਲ ਆਪਣੀ ਆਵਾਜ਼ ਤੁਸੀਂ ਬੁਲੰਦ ਕਰ ਸਕਦੇ ਹੋ। ਕੋਈ ਰੋਕ ਟੋਕ ਨਹੀਂ ਗੀ ਯੂਕੇ ਦੇ ਵਿੱਚ, ਜੋ ਸਾਰੇ ਜਮਹੂਰੀਅਤ ਦੇ ਵਿੱਚ। ਪਰ ਜੇ ਕੋਈ ਹੁੱਲੜਬਾਜ਼ੀ ਤੇ ਜਾਂ ਕੋਈ ਕੁਝ ਵਧੀਕੀ ਕਰਨ ਦੀ ਉੱਥੇ ਕੋਸ਼ਿਸ਼ ਕਰੇ ਫਿਰ ਪ੍ਰਸ਼ਾਸਨ ਉਸ ਤੇ ਜ਼ਰੂਰ ਜੋ ਬਣਦੀ ਲੋੜੀਂਦੀ ਕਾਰਵਾਈ ਕਰਦਾ ਆ। ਕੀ ਗੱਲਬਾਤ ਹੋਈ? ਸਿੱਧੂ ਮੂਸੇਵਾਲਾ ਦੇ ਪਿਤਾ ਜੀ ਲਗਾਤਾਰ ਮਿਲੇ ਤੁਹਾਨੂੰ? ਜੋ ਸਿੱਧੂ ਮੂਸੇਵਾਲੇ ਉਹਨਾਂ ਦੀ ਉਹਨਾਂ ਕੋਲ ਰੈਜ਼ੀਡੈਂਸ ਪਰਮਿਟ ਸੀ, ਸੋ ਯੂਕੇ ਦੇ ਵਿੱਚ ਰਹਿਣ ਦਾ, ਉੱਥੇ ਕੰਮ ਕਰਨ ਦਾ ਉਹਨਾਂ ਨੇ ਰੈਜ਼ੀਡੈਂਟ ਪਰਮਿਟ ਹੋਲਡਰ ਹੋਣ ਦੇ ਨਾਤੇ ਅਸੀਂ ਯੂਕੇ ਦੀ ਸਰਕਾਰ ਲਈ ਉਹਨਾਂ ਤੱਕ ਪਹੁੰਚ ਕਰ ਸਕਦੇ ਹਾਂ। ਬ੍ਰਿਟੇਨ ਨੇ ਕਹਿੰਦੇ ਆਪਦੀਆਂ ਜਿਹੜੀਆਂ ਜਿਸ ਤਰੀਕੇ ਨਾਲ ਦੇਸ਼ਾਂ ਨੂੰ ਗੁਲਾਮ ਬਣਾ ਕੇ ਰੱਖਿਆ, ਭਾਵੇਂ ਭਾਰਤ ਨੂੰ ਵੀ ਗੁਲਾਮ ਬਣਾ ਕੇ ਰੱਖਿਆ ਸੀ, ਕਹਿੰਦੇ ਕਿ ਉਹਨਾਂ ਨੇ ਮਾਫੀ ਨਹੀਂ ਮੰਗੀ ਇਸ ਚੀਜ਼ ਨੂੰ ਲੈ ਕੇ। ਅਲੱਗ-ਅਲੱਗ ਸਮੇਂ ਤੇ ਕੁਝ ਚੀਜ਼ਾਂ ਚੰਗੀਆਂ ਹੋਈਆਂ, ਕੁਝ ਬਹੁਤ ਮਾੜੀਆਂ ਵੀ ਹੋਈਆਂ। ਤਾਂ ਮੈਂ ਇਸ ਗੱਲ ਦਾ ਹਾਮੀ ਭਰਦਾ ਹਾਂ ਕਿ ਜਿਹੜੋ ਮਾੜੀਆਂ ਗੱਲਾਂ ਹੋਈਆਂ ਤਾਂ ਉਹਦੇ ਲਈ ਮਾਫੀ ਮੰਗਣਾ ਵੀ ਬਹੁਤ ਜ਼ਰੂਰੀ ਆ। ਤਾਂ ਉਹਨਾਂ ਚੀਜ਼ਾਂ ਤੋਂ ਸਬਕ ਸਿੱਖ ਕੇ ਆਪਾਂ ਅੱਗੇ ਨੂੰ ਵੀ ਵਧਣਾ ਬਹੁਤ ਜ਼ਰੂਰੀ ਹੈ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਜਦੋਂ ਕੋਈ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਦੇ ਕਿਸਾਨਾਂ ਦੀ ਜਾਂ ਭਾਰਤ ਦੇ ਲੋਕਾਂ ਦੀ ਗੱਲ ਕਰਦਾ ਤਾਂ ਕਈ ਵਾਰ ਉਹਨਾਂ ਨੂੰ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਦਿਨੀ ਤੁਹਾਨੂੰ ਯਾਦ ਹੋਊਗਾ ਸੁਰਜੀਤ ਸਿੰਘ ਰੱਖੜਾ ਹੁਣਾਂ ਦੇ ਭਰਾ ਨੂੰ ਇੰਡੀਆ ਪਹੁੰਚ ਗਏ, ਦਿੱਲੀ ਏਅਰਪੋਰਟ ਤੋਂ ਵਾਪਸ ਮੋੜ ਦਿੱਤਾ ਗਿਆ ਸੀ। ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ। ਤਨਮਨਜੀਤ ਸਿੰਘ ਢੇਸੀ ਬ੍ਰਿਟਿਸ਼ MP ਨੇ ਖੁੱਲ੍ਹ ਕੇ ਪੰਜਾਬ ਦੇ ਮਸਲਿਆਂ ਤੇ ਵੀ ਬੋਲਦੇ ਆ, ਸਿੱਖਾਂ ਦੇ ਮਸਲਿਆਂ ਤੇ ਵੀ ਗੱਲਬਾਤ ਕਰਦੇ ਹੁੰਦੇ ਆ, ਔਰ ਉਹ ਵੀ ਜਦੋਂ ਪੰਜਾਬ ਆ ਰਹੇ ਸੀ ਤਾਂ ਉਹਨਾਂ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਏਅਰਪੋਰਟ ਤੇ ਰੋਕ ਲਿਆ ਗਿਆ। 2 ਘੰਟੇ ਉਹਨਾਂ ਨੂੰ ਰੋਕ ਕੇ ਰੱਖਿਆ, ਪੁੱਛਗਿੱਛ ਉਹਨਾਂ ਤੋਂ ਕੀਤੀ ਗਈ। ਔਰ ਤਨਮਨਜੀਤ ਸਿੰਘ ਢੇਸੀ ਸਾਡੇ ਨਾਲ ਨੇ। ਢੇਸੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਮਿਹਰਬਾਨੀ ਜੀ ਵਿਕਰਮ ਸਿੰਘ ਜੀ, ਤੁਹਾਡਾ ਤਾਂ ਪ੍ਰੋ ਪੰਜਾਬ ਟੀਵੀ ਦਾ, ਤੇ ਤੁਹਾਡੇ ਮਾਧਿਅਮ ਦੇ ਰਾਹੀਂ ਆਪਾਂ ਤੁਹਾਡੇ ਪ੍ਰੋ ਪੰਜਾਬ ਦੇ ਟੀਵੀ ਦੇ ਦਰਸ਼ਕਾਂ ਦੇ ਨਾਲ ਵੀ ਰੂਬਰੂ ਹੋਣ ਜਾ ਰਹੇ ਹਾਂ। ਤਾਂ ਮੈਨੂੰ ਆਸ ਹੈ ਕਿ ਦਰਸ਼ਕਾਂ ਨੂੰ ਅੱਜ ਦਾ ਪ੍ਰੋਗਰਾਮ ਤੁਹਾਡਾ ਪਸੰਦ ਆਊਗਾ। ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੁੰਦਾ ਢੇਸੀ ਸਾਹਿਬ, 2 ਘੰਟੇ ਪੁੱਛਗਿੱਛ ਹੋਈ ਤੁਹਾਡੇ ਤੋਂ, 2 ਘੰਟੇ ਰੁਕਿਆ ਕਿਉਂ ਗਿਆ ਸੀ? ਵਜ੍ਹਾ ਕੀ ਸੀਗੀ ਇਸ ਦੇ ਪਿੱਛੇ ਦੀ ਤੁਹਾਨੂੰ ਜਦੋਂ ਤੁਸੀਂ ਆਏ, ਲੈਂਡ ਕੀਤੇ? ਜੀ ਦੇਖੋ, ਮੇਰਾ ਜਿਹੜਾ ਜਨਮ ਆ ਉਹ ਭਾਵੇਂ ਯੂਕੇ ਦਾ ਆ, ਉੱਥੇ ਉਹ ਸਲਾਹੋ ਇਲਾਕੇ ਜਿਸ ਸ਼ਹਿਰ ਦੀ ਮੈਂ ਨੁਮਾਇੰਦਗੀ ਹੁਣ ਕਰਦਾ ਆ, ਉੱਥੇ ਦੇ ਜਨਮ ਹੋਣ ਦੇ ਬਾਵਜੂਦ ਵੀ
ਮਾਂ-ਬਾਪ ਨੇ ਮੈਨੂੰ 4-5 ਸਾਲ ਇੱਥੇ ਪੜ੍ਹਨ ਭੇਜਿਆ ਸੀ। ਉਸ ਤੋਂ ਬਾਅਦ ਵੀ ਮੇਰੀ ਇਹ ਕੋਸ਼ਿਸ਼ ਰਹੀ ਹੈ ਕਿ ਹਰ ਸਾਲ ਇੱਥੇ ਆਉਣ ਦੀ ਆਪਾਂ ਹੋਈਏ, ਤਾਂ ਕਿ ਪੰਜਾਬ ਦੇ ਨਾਲ, ਪੰਜਾਬੀ ਦੇ ਨਾਲ, ਜੋ ਇਸ ਧਰਤੀ ਦਾ, ਇਸ ਮਿੱਟੀ ਦੇ ਨਾਲ ਆਪਾਂ ਜੁੜੀਏ। ਇਸ ਤਾਂ ਬੱਚਿਆਂ ਤੱਕ ਨੂੰ ਵੀ 2-4 ਸਾਲ ਇੱਥੇ ਪੜ੍ਹਨ ਨੂੰ ਪਾਇਆ ਸੀਗਾ। ਸੋ ਮੈਂ ਹਮੇਸ਼ਾ ਵਾਂਗ ਇੱਥੇ ਆਇਆ, ਉੱਥੇ ਲੰਡਨ ਤੋਂ ਉਡਾਨ ਫੜੀ। ਉੱਥੇ ਉਹਨਾਂ ਨੇ ਬਕਾਇਦਾ ਲੰਡਨ ਦੇ ਵਿੱਚ ਜੋ ਪਾਸਪੋਰਟ ਆ, ਜਿਹੜਾ OCI ਵੀਜ਼ਾ ਆ, ਟਿਕਟ ਸਭ ਚੈੱਕ ਕਰਕੇ ਫਿਰ ਉੱਥੋਂ ਮੈਂ ਆਇਆ। ਇੱਥੇ ਜਦੋਂ ਮੈਂ ਅੰਮ੍ਰਿਤਸਰ ਪਹੁੰਚਿਆ ਸਵੇਰੇ 8:30 ਵਜੇ ਸਾਡੀ ਜਿਹੜੀ ਤਕਰੀਬਨ ਉਡਾਨ ਲੱਗੀ ਸੀਗੀ ਇੱਥੇ, ਉੱਥੇ ਉਹਨਾਂ ਨੇ ਜਦੋਂ ਫਿਰ ਪਾਸਪੋਰਟ ਦੇਖਿਆ, ਫਿਰ ਉਹ ਕਹਿੰਦੇ ਵੀਜ਼ਾ, ਫਿਰ ਮੈਂ ਆਪਣਾ ਜਿਹੜਾ OCI ਕਾਰਡ ਸੀਗਾ ਬਕਾਇਦਾ ਉਹ ਉਹਨਾਂ ਨੂੰ ਦਿਖਾਇਆ, ਕਿਉਂਕਿ OCI ਕਾਰਡ ਜ਼ਿੰਦਗੀ ਭਰ ਦਾ ਜਿਹੜਾ ਵੀਜ਼ਾ ਹੁੰਦਾ ਆ, ਜੋ ਇੱਥੇ ਇੰਡੀਆ ਸਰਕਾਰ ਵੱਲੋਂ ਸਹੂਲਤ ਪ੍ਰਦਾਨ ਕੀਤੀ ਜਾਂਦੀ ਆ, ਉਹ ਉਹਨਾਂ ਨੂੰ ਦਿਖਾਇਆ। ਤਾਂ ਉਹ ਕਹਿੰਦੇ ਵੀ ਇਹ 'ਚ ਕੋਈ ਨਾ ਕੋਈ ਪਰੇਸ਼ਾਨੀ, ਦਿੱਕਤ ਆ ਰਹੀ ਹੈ, ਤੁਸੀਂ ਇੱਦਾਂ ਕਰੋ, ਤੁਸੀਂ 10 ਮਿੰਟ ਇੱਥੇ ਇੱਕ ਪਾਸੇ ਬੈਠ ਜਾਓ। ਫਿਰ ਮੈਂ ਉੱਥੇ 10-15 ਮਿੰਟ ਬੈਠਿਆ ਰਿਹਾ। ਫਿਰ ਮੈਂ ਉਹਨਾਂ ਕੋਲ ਫੇਰ ਗਿਆ, ਮੈਂ ਕਿਹਾ ਦੇਖੋ ਕੀ ਮਸਲਾ ਕੀ ਹੈ, ਕੀ ਪਰੇਸ਼ਾਨੀ ਹੈ ਇਹ ਵੀ OCI ਕਾਰਡ ਦੇ ਵਿੱਚ। ਉਹ ਕਹਿੰਦੇ ਸਾਨੂੰ ਲੱਗਦਾ ਕਿ ਤੁਹਾਡਾ OCI ਕਾਰਡ ਸਸਪੈਂਡ ਹੋ ਗਿਆ ਲੱਗਦਾ। ਤਾਂ ਉਹ ਕਹਿੰਦੇ ਹੁਣ ਸਾਨੂੰ ਕਲੀਅਰੈਂਸ ਲੈਣੀ ਪੈਣੀ ਹੈ, ਸਾਰੀ ਗੱਲ ਦੀ ਤਫਤੀਸ਼ ਹੋਊਗੀ, ਤਾਂ ਜਦ ਤੱਕ ਦਿੱਲੀ ਤੋਂ ਸਾਨੂੰ ਕਲੀਅਰੈਂਸ ਨਹੀਂ ਆਉਂਦੀ ਤਾਂ ਅਸੀਂ ਕੁਛ ਕਰ ਨਹੀਂ ਸਕਦੇ, ਤੁਹਾਨੂੰ ਇੱਥੇ ਬੈਠਣਾ ਪਊਗਾ। ਮੈਂ ਫਿਰ ਆਪਣੇ ਪਿਤਾ ਜੀ ਸਰਦਾਰ ਜਸਪਾਲ ਸਿੰਘ ਜੀ ਢੇਸੀ, ਉਹ ਵੀ ਕੁਦਰਤੀ ਇੱਥੇ ਹੀ ਸੀਗੇ, ਪਰਿਵਾਰ ਵੀ ਜ਼ਿਆਦਾਤਰ ਇੱਧਰ ਹੀ ਪੰਜਾਬ 'ਚ ਹੀ ਆਇਆ ਹੋਇਆ ਸੀ। ਅਤੇ ਆਪਣੇ ਮੈਂ ਚਾਚਾ ਜੀ ਨਾਲ ਗੱਲ ਕੀਤੀ, ਜੋ ਸਰਦਾਰ ਪਰਮਜੀਤ ਸਿੰਘ ਰਾਏਪੁਰ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਇੱਥੇ ਆਦਮਪੁਰ ਤੋਂ। ਉਹ ਕਿਉਂਕਿ ਮੈਨੂੰ ਪਤਾ ਸੀਗਾ ਵੀ ਉਹ ਮੇਰੀ ਉਡੀਕ ਕਰ ਰਹੇ ਆ ਹਵਾਈ ਅੱਡੇ ਦੇ ਬਾਹਰ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਇੱਥੇ ਤਾਂ ਹੋਰ ਹੀ ਮਸਲਾ ਕੋਈ ਖੜਾ ਹੋ ਗਿਆ ਵੀ ਇਹ ਤਾਂ ਮੈਨੂੰ ਇੱਕ ਪਾਸੇ ਬਿਠਾ ਲਿਆ ਆ, ਤਾਂ ਕਹਿੰਦੇ ਵੀ OCI ਦੇ ਵਿੱਚ ਸਮੱਸਿਆ ਵੀ ਲੱਗਦਾ ਸਸਪੈਂਡ ਹੋਇਆ। ਫਿਰ ਉਹਨਾਂ ਨੇ ਵੀ ਵਿਚਾਰਿਆਂ ਨੂੰ, ਉਹਨਾਂ ਵੀ ਸਾਰਿਆਂ ਨੂੰ ਫਿਕਰ ਲੱਗ ਗਿਆ, ਇੱਧਰ ਉੱਧਰ ਫੋਨ ਖੜਕਾਏ, ਚਾਹੇ ਪੰਜਾਬ 'ਚ, ਦਿੱਲੀ 'ਚ, ਹੋਰ ਵੀ ਇਹ ਕੀ ਹੋ ਰਿਹਾ ਆ। ਹੋਰ ਵੀ ਜਿਹੜੇ ਸਾਡੇ ਸ਼ੁਭਚਿੰਤਕ ਨੇ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਰਹਿਣੀ ਆ ਵੀ ਉਹਨਾਂ ਨੇ ਵੀ ਪਹੁੰਚ ਕੀਤੀ ਵੀ ਇਹ ਕੀ ਹੋ ਰਿਹਾ ਆ, ਵੀ ਇਹ ਵਧੀਕੀ ਹੋ ਰਹੀ ਆ, ਗਲਤ ਹੋ ਰਿਹਾ ਆ। ਪਰ ਫਿਰ 2.5 ਘੰਟਿਆਂ ਤੋਂ ਬਾਅਦ ਜੋ ਏਅਰਪੋਰਟ ਦੇ ਜਿਹੜੇ ਅਧਿਕਾਰੀ ਸੀ, ਉਹ ਕਹਿੰਦੇ ਵੀ ਦੇਖੋ ਹੁਣ ਸਾਡੀ ਤਫਤੀਸ਼ ਹੋ ਗਈ ਪੂਰੀ, ਸਾਨੂੰ ਕਲੀਅਰੈਂਸ ਮਿਲ ਗਈ ਆ ਅਤੇ ਮਸਲਾ ਸਾਰਾ ਸੁਲਝ ਗਿਆ ਆ ਅਤੇ ਤੁਸੀਂ ਹੁਣ ਜਾ ਸਕਦੇ ਹੋ। ਤਾਂ ਫਿਰ ਮੈਂ ਉੱਥੋਂ ਆਇਆ। ਠੀਕ ਹੈ, ਪੁੱਛਗਿੱਛ ਕੀ ਕੀਤੀ ਉਹਨਾਂ ਨੇ? ਕੋਈ ਸਵਾਲ ਵੀ ਸੀਗੇ ਉਹਨਾਂ ਦੇ ਢੇਸੀ ਸਾਹਿਬ? ਨਹੀਂ, ਉਹ ਦੇਖੋ ਉਹ ਪੁੱਛਦੇ ਸੀਗੇ ਵੀ ਤੁਸੀਂ ਪਿਛਲੀ ਵਾਰੀ ਕਦੋਂ ਆਏ ਸੀਗੇ। ਮੈਂ ਕਿਹਾ ਦੇਖੋ ਮੈਂ ਤਾਂ ਤਕਰੀਬਨ ਹਰ ਸਾਲ ਆਉਂਦਾ ਆ, ਮੈਂ ਲੱਗਦਾ ਅਪ੍ਰੈਲ 'ਚ ਆਇਆ ਸੀਗਾ ਅਜੇ ਪਿਛਲੇ ਸਾਲ। ਉਹ ਕਹਿੰਦੇ ਯੈਸ। ਮੈਂ ਕਿਹਾ ਦੇਖੋ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ, ਬਕਾਇਦਾ ਮੈਂ ਮੈਂਬਰ ਆਫ ਪਾਰਲੀਮੈਂਟ ਵਜੋਂ। ਕਹਿੰਦੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਮੈਂਬਰ ਆਫ ਪਾਰਲੀਮੈਂਟ ਬਣਿਆ ਨੂੰ? ਮੈਂ ਕਿਹਾ ਮੈਨੂੰ 6 ਸਾਲ ਤੋਂ ਵੱਧ ਹੋ ਗਿਆ ਆ। ਮੈਂ ਕਿਹਾ ਮੈਂ ਉੱਥੇ ਸ਼ੈਡੋ ਮੰਤਰੀ ਦੇ ਵਜੋਂ ਵੀ, ਟਰਾਂਸਪੋਰਟ ਮੰਤਰੀ ਵਜੋਂ ਵੀ ਸੇਵਾ ਨਿਭਾ ਰਿਹਾ ਆ। ਇਸ ਦੇ ਨਾਲ ਨਾਲ ਮੈਂ ਕਿਹਾ ਵੀ ਇੱਥੇ ਮੈਂ ਇੱਥੇ ਪੜ੍ਹਿਆ ਵੀ ਹਾਂ, ਮੈਂ ਇੱਥੇ ਹਰ ਸਾਲ ਇੱਥੇ ਤਕਰੀਬਨ ਆਉਂਦਾ ਜਾਂਦਾ ਰਹਿੰਦਾ ਹਾਂ। ਅਤੇ ਇਹ ਮੈਨੂੰ ਤਾਂ ਪਤਾ ਨਹੀਂ ਕਿ ਵੀ ਇਹ ਕਿਉਂ ਹੋਇਆ ਆ, ਵੀ ਇਹ ਕੀ ਕਾਰਵਾਈ ਆ। ਉਹ ਕਹਿੰਦੇ ਵੀ ਸਾਡੀ ਜਿਹੜੀ ਤਫਤੀਸ਼ ਆ ਉਹ ਜਾਰੀ ਹੈ, ਤਾਂ ਅਸੀਂ ਉਡੀਕ ਕਰ ਰਹੇ ਹਾਂ। ਕਿਸੇ ਨੇ ਤੁਹਾਡੀ ਸ਼ਿਕਾਇਤ ਕੀਤੀ ਸੀ, ਕੰਪਲੇਂਟ ਕੀਤੀ ਸੀ? ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੰਪਲੇਂਟ ਬਹੁਤ ਸਾਰੀਆਂ ਹੋਈਆਂ ਸੀ, ਹੇਟਰਸ ਜਿਹੜੇ ਸੀ ਉਹਨਾਂ ਨੇ ਕਿਹਾ ਕਿ OCI ਕਾਰਡ ਜਿਹੜਾ ਇਹਨਾਂ ਦਾ ਰੱਦ ਹੋਣਾ ਚਾਹੀਦਾ। ਜੀ ਦੇਖੋ, ਜਦੋਂ ਮੈਂ ਏਅਰਪੋਰਟ ਤੋਂ ਉੱਥੋਂ ਤੁਰਿਆ, ਮੇਰੀ ਤਾਂ ਐਤਕੀ ਜਿਹੜੀ ਜ਼ਿਆਦਾਤਰ ਨਿੱਜੀ ਫੇਰੀ ਸੀ, ਮੈਂ ਕਿਸੇ ਨੂੰ ਦੱਸ ਕੇ ਵੀ ਨਹੀਂ ਆਇਆ ਸੀਗਾ ਪਰਿਵਾਰ ਤੋਂ ਛੁੱਟ, ਕਿਉਂਕਿ ਮੈਂ ਚਾਹੁੰਦਾ ਸੀਗਾ ਇੱਥੇ ਆ ਕੇ ਬੱਚਿਆਂ ਨੂੰ ਉੱਥੇ ਪਿੰਡ 'ਤੇ ਲੈ ਕੇ ਜਾਈਏ, ਖੂਹ 'ਤੇ ਲੈ ਕੇ ਜਾਈਏ, ਬੰਬੀ ਦਿਖਾਈਏ, ਕੁਛ ਰਿਸ਼ਤੇਦਾਰਾਂ ਨੂੰ ਮਿਲੀਏ। ਤਾਂ ਉਹ ਜਿਹੜਾ ਸਮਾਂ ਬਤੀਤ ਜ਼ਿਆਦਾਤਰ ਮੈਂ ਉਸ ਕਰਨ ਲਈ ਆਇਆ ਸੀਗਾ। ਪਰ ਮੈਂ ਇਸ ਗੱਲ ਦਾ ਵੀ ਮੈਨੂੰ ਪੂਰਾ ਇਲਮ ਆ ਕਿ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੇ ਤੌਰ 'ਤੇ ਮੈਂ ਕੋਸ਼ਿਸ਼ ਕਰਦਾ ਹੁੰਦਾ ਆਪਣੀ ਨਿੱਜੀ ਛੁੱਟੀਆਂ ਤੋਂ ਵੀ, ਕੁਚੇਚੇ ਤੋਂ ਜਦੋਂ ਮੈਂ ਇੰਡੀਆ ਆਉਂਦਾ ਆ, ਵੀ ਇੱਥੇ ਦੇ ਜਿਹੜੇ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਮੈਂ ਮਿਲਾਂ। ਪਿਛਲੀ ਦਫਾ ਵੀ ਮੈਂ ਮਾਣਯੋਗ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਕੀਤੀ ਸੀ, ਹੋਰ MPs MLAs ਦੇ ਨਾਲ, ਅਤੇ NRIs ਦੇ ਜਿਹੜੇ ਮਸਲੇ ਆ ਉਹ ਉਠਾਉਣੇ। ਉਸ ਤੋਂ ਪਹਿਲਾਂ ਵੀ ਜਦੋਂ ਮੈਂ ਪਹਿਲੀ ਦਫਾ ਵੀ ਇੱਥੇ 2017 'ਚ ਵੀ ਚੁਣ ਕੇ ਆਇਆ ਸੀ, ਉਦੋਂ ਵੀ ਮੈਂ ਜੋ ਦਿੱਲੀ ਵੀ ਗਿਆ, ਉੱਥੇ ਦੇ ਅਲੱਗ-ਅਲੱਗ ਮੰਤਰੀ ਸਾਹਿਬਾਨਾਂ ਨਾਲ ਗੱਲਬਾਤ ਕੀਤੀ, ਉੱਥੇ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਨਾਲ, ਹੋਰਨਾਂ ਦੇ ਨਾਲ, ਤਾਂ ਕਿ ਉਹਨਾਂ ਨੂੰ NRIs ਦੇ ਮਸਲੇ, ਚਾਹੇ ਉਹ ਜਿਹੜੇ ਜ਼ਮੀਨੀ ਝਗੜੇ ਹੁੰਦੇ ਨੇ, ਚਾਹੇ ਜਿਹੜੇ ਕਬਜ਼ੇ ਹੁੰਦੇ ਨੇ ਕਈਆਂ ਦੇ ਜ਼ਮੀਨਾਂ 'ਤੇ, ਵੀ ਉਹਦਾ ਜਿਹੜਾ ਮਾੜਾ ਅਸਰ ਪੈਂਦਾ ਆ, ਤਾਂ ਉਹ ਪੂੰਜੀ ਨਿਵੇਸ਼ ਦਾ ਕਿੱਦਾਂ ਇੱਥੇ ਜਿਹੜਾ ਇਨਵੈਸਟਮੈਂਟ 'ਤੇ ਫਰਕ ਪੈਂਦਾ, ਵੀ ਫੋਰਨ ਡਾਇਰੈਕਟ ਇਨਵੈਸਟਮੈਂਟ ਫਿਰ ਘੱਟ ਜਾਂਦੀ ਹੈ, ਕਿਉਂਕਿ ਉਹ ਲੋਕੀ ਜਿਹੜੇ NRIs ਹੁੰਦੇ ਨੇ, ਨਾਨ ਰੈਜ਼ੀਡੈਂਟ ਇੰਡੀਅਨਸ, ਉਹ ਇੰਡੀਆ ਦੀ ਬਜਾਏ ਉਹ ਕਿਤੇ ਹੋਰ ਦੇਸ਼ 'ਚ ਫਿਰ ਆਪਣਾ ਪੂੰਜੀ ਨਿਵੇਸ਼ ਕਰਦੇ ਆ। ਉਹਦੇ ਨਾਲ ਮੈਂ ਕਿਹਾ ਰੁਜ਼ਗਾਰ 'ਤੇ ਵੀ ਫਰਕ ਪੈਣਾ। ਵੀ ਤੁਸੀਂ ਇੱਕ ਤਾਂ ਇਹਨਾਂ ਚੀਜ਼ਾਂ ਨੂੰ ਨਜਿੱਠੋ, ਤਾਂ ਅਸੀਂ ਇਹ ਵੀ ਚਾਹੁੰਦੇ ਹਾਂ, ਇਹ ਮੰਗ ਆ ਪਿਛਲੇ ਕਈ ਸਾਲਾਂ ਤੋਂ, ਮੈਂ ਇਸ ਮੰਗ ਨੂੰ ਬਾਰ-ਬਾਰ ਦੁਹਰਾ ਰਿਹਾ ਹਾਂ, ਤਾਂ ਕੋਸ਼ਿਸ਼ਾਂ ਕਰ ਰਿਹਾ, ਅਲੱਗ-ਅਲੱਗ ਮੀਟਿੰਗਸ ਕਰ ਰਹੇ ਹਾਂ ਵੀ ਸਿੱਧੀਆਂ ਉਡਾਨਾਂ ਵੀ ਜਿਹੜੀਆਂ ਨੇ, ਵੀ ਅੰਮ੍ਰਿਤਸਰ ਨੂੰ ਉਚੇਚੇ ਤੌਰ 'ਤੇ, ਜੋ ਪੰਜਾਬ ਜਾਂ ਹੁਣ ਅੰਮ੍ਰਿਤਸਰ, ਚੰਡੀਗੜ੍ਹ, ਵੀ ਸਿੱਧੀਆਂ ਉਡਾਨਾਂ ਲੰਡਨ ਤੋਂ, ਬਰਮਿੰਘਮ ਤੋਂ, ਟੋਰਾਂਟੋ ਜਾਂ ਹੋਰ ਸ਼ਹਿਰਾਂ ਤੋਂ ਵੱਧ ਹੋਣ,
ਤਾਂ ਕਿ ਉਹਨਾਂ ਵਪਾਰ ਵਧੇ। ਅਸੀਂ ਚਾਹੁੰਦੇ ਹਾਂ ਕਿ ਦੇਖੋ ਜਿਹੜੇ ਸਾਡੇ ਵਰਗੇ ਆ ਵੀ ਇੱਥੇ ਦੇਸ਼ ਤਰੱਕੀ ਦੇ ਰਸਤੇ ਵੱਲ ਨੂੰ ਤੁਰੇ, ਇਹ ਆਪਸ 'ਚ ਅਮਨ ਸ਼ਾਂਤੀ ਹੋਵੇ, ਸਾਡਾ ਵੀ ਆਪਸ 'ਚ ਜਿਹੜੇ ਤਾਲੁਕਾਤ ਹੋਰ ਮਜ਼ਬੂਤ ਹੋਣ, ਵਪਾਰ ਵਧੇ। ਤਾਂ ਇਸ ਗੱਲ ਦਾ ਮੈਨੂੰ ਪੂਰਾ ਇਲਮ ਸੀਗਾ ਕਿ ਜਦੋਂ ਮੈਂ ਉੱਥੇ ਬੈਠਾ ਵੀ ਸੀਗਾ 에ਅਰਪੋਰਟ ਤੇ ਵੀ ਉਹ ਕਈ ਲੋਕਾਂ ਨੇ ਉਹ ਹੁਣ ਸੋਸ਼ਲ ਮੀਡੀਆ ਦਾ ਯੁੱਗ ਆ, ਕਈ ਉੱਥੇ ਜੇ ਕੁਦਰਤੀ ਤੌਰ ਤੇ ਇਹ ਗੱਲ ਸੁਭਾਵਿਕ ਹੀ ਆ ਵੀ ਜੇ ਉੱਥੇ ਪੰਜਾਬੀਆਂ ਦਾ ਭਰਿਆ ਹੋਇਆ ਜਹਾਜ਼ ਆ ਜੇ ਅੰਮ੍ਰਿਤਸਰ ਆ ਰਿਹਾ ਆ ਤੇ ਉੱਥੇ ਉਹ ਕਈ ਲੋਕਾਂ ਨੂੰ ਉਹਨਾਂ ਨੂੰ ਵੀ ਹੋਰ ਤਰ੍ਹਾਂ ਮਹਿਸੂਸ ਕਿਉਂ ਤੁਹਾਨੂੰ ਬਿਠਾਇਆ ਹੋਇਆ ਇੱਥੇ, ਸਭ ਠੀਕ ਆ ਕਿੱਦਾਂ ਆ। ਖਬਰ ਤਾਂ ਜਿਹਦਾ ਅੱਗ ਵਾਂਗ ਫੈਲਦੀ ਆ। ਉਹ ਜਦ ਤੱਕ ਮੈਂ ਬਾਹਰ ਆਇਆ ਤਾਂ ਮੈਂ ਦੇਖਿਆ ਵੀ ਕਈ ਖਬਰਾਂ ਛਪ ਗਈਆਂ ਸੀ ਤੇ ਸ਼ਾਮ ਤੱਕ ਜਦੋਂ ਮੈਂ ਦੇਖਿਆ ਵੀ ਕਈਆਂ ਨੇ ਗਲਤ ਖਬਰਾਂ ਵੀ ਲਾ ਦਿੱਤੀਆਂ ਸੀਗੀਆਂ। ਗਲਤ ਸਹੀ ਵਾਲਾ ਫਰਕ ਜ਼ਰੂਰ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ, ਗਲਤ ਕੀ ਛਪਿਆ ਸਹੀ ਕੀ ਸੀਗਾ, ਇਹ ਜ਼ਰੂਰ ਕਲੀਅਰ ਕਰ ਦਿਓ ਇੱਕ ਵਾਰ। ਦੇਖੋ ਗਲਤ ਇਦਾਂ ਆ ਵੀ ਸਹੀ ਤਾਂ ਜਦੋਂ ਹੁਣ ਮੈਂ ਤੁਹਾਨੂੰ ਵਾਕਿਆ ਦੱਸਿਆ, ਪਰ ਉਹ ਹਜੇ ਨਾ ਮੇਰਾ ਕੋਈ ਬਿਆਨ ਆਇਆ ਸੀਗਾ, ਪਰ ਕਈਆਂ ਨੇ ਤਾਂ ਆਪਣੀ ਘੋਖ ਪੜਤਾਲ ਕਰਕੇ ਜਿਹੜੇ 에ਅਰਪੋਰਟ ਦੇ ਅਧਿਕਾਰੀ ਜੋ ਵੀ ਉਹਨਾਂ ਦੇ ਜਿੱਦਾਂ ਦੇ ਵੀ ਜਿਹੜੇ ਉਹਨਾਂ ਦੇ ਸੋਰਸਿਸ ਹੁੰਦੇ ਆ ਉਹਦੇ ਮੁਤਾਬਕ ਕਈਆਂ ਨੇ ਸਹੀ ਕਰਤੀ, ਕਈਆਂ ਨੇ ਕਿਹਾ ਵੀ ਉਹ ਇਹ ਵਿਅਕਤੀ ਕੋਲ MP ਕੋਲ ਆਪਣੇ ਦਸਤਾਵੇਜ਼ ਪੂਰੇ ਨਹੀਂ ਸੀ, ਫਿਰ ਉਹਨਾਂ ਨੂੰ ਇਹ ਕਾਰਵਾਈ ਕਰਨੀ ਪਈ ਦਸਤਾਵੇਜ਼ ਉਹ ਲੈ ਕੇ ਨਹੀਂ ਆਏ ਸੀ, ਆਪਣੇ ਕੋਈ ਵੀਜ਼ਾ ਨਹੀਂ ਲੈ ਕੇ ਆਏ ਸੀਗੇ, ਪਾਸਪੋਰਟ ਆ ਨਹੀਂ ਸੀਗਾ, ਉਹ ਨਹੀਂ ਸੀ, ਤਾਂ ਫਿਰ ਉਹਨਾਂ ਨੇ ਤਦੀ 2-2.5 ਘੰਟੇ ਬਿਠਾਈ ਰੱਖਿਆ। ਛਪਿਆ ਕਿ OCI ਕਾਰਡ ਤੁਸੀਂ ਆਪਣਾ ਇੰਗਲੈਂਡ ਤੋਂ ਲਿਆਉਣਾ ਭੁੱਲ ਗਏ ਸੀਗੇ, ਇਹ ਵੀ ਸਰਾਸਰ ਗਲਤ ਸੀ। ਕਈਆਂ ਨੇ ਛਾਪਿਆ ਸੀ ਵੀ ਇਹ ਬਰਮਿੰਗਮ ਤੋਂ ਉਡਾਨ ਫੜ ਕੇ ਇੱਥੇ ਆਇਆ ਸੀ, ਹਾਲਾਂਕਿ ਮੈਂ ਲੰਡਨ ਤੋਂ ਆਇਆ ਸੀਗਾ। ਸੋ ਉਹ ਮੈਂ ਦੇਖਿਆ ਵੀ ਇਹ ਕਈ ਤਾਂ ਗਲਤ ਖਬਰਾਂ ਛਪ ਰਹੀਆਂ ਨੇ, ਕਈ ਕਹਿੰਦੇ ਮਸਲਾ ਸੁਲਝਿਆ, ਕਈ ਨਹੀਂ ਸੁਲਝਿਆ। ਉਹ ਸਾਰੀਆਂ ਕਾਰਵਾਈਆਂ ਨੂੰ ਮੈਂ ਮੁੱਖ ਦੇਖਦੇ ਹੋਏ ਸੋਸ਼ਲ ਮੀਡੀਆ ਤੇ ਤਦੀ ਫਿਰ ਮੈਂ ਆਪਣੇ ਜਿਹੜੇ ਪਲੇਟਫਾਰਮ ਨੇ, ਆਪਣੇ ਟਵਿੱਟਰ ਤੇ ਫੇਸਬੁੱਕ ਇੰਸਟਾਗ੍ਰਾਮ ਤੇ ਜਿਹੜਾ ਟੈਨ ਢੇਸੀ ਜੋ ਪਲੇਟਫਾਰਮ ਨੇ ਉਹਨਾਂ ਤੇ ਫਿਰ ਮੈਂ ਇਹ ਆਪਣਾ ਬਿਆਨ ਦਰਜ ਕੀਤਾ ਕਿ ਦੇਖੋ ਪਿਛਲੇ ਸਾਲ ਮੈਂ ਬਹੁਤ ਹੀ ਪ੍ਰਭਾਵਿਤ ਹੋਇਆ, ਜੋ ਲੋਕਾਂ ਦਾ ਜਿਹੜਾ ਪਿਆਰ ਸੀਗਾ, ਸਤਿਕਾਰ ਸੀ, ਜਿਹੜਾ ਤੁਸੀਂ ਇੰਨਾ ਸਨਮਾਨ ਬਖਸ਼ਿਆ, ਖਾਸ ਤੌਰ ਤੇ ਜਿਹੜੇ ਕਿਸਾਨ ਜਥੇਬੰਦੀਆਂ ਨੇ, ਜੋ ਇੱਥੇ ਸਮਾਜ ਸੇਵੀ ਸੰਸਥਾਵਾਂ ਨੇ, ਅਲੱਗ-ਅਲੱਗ ਵਿਅਕਤੀ ਜਿਹੜੀ ਸ਼ਖਸੀਅਤਾਂ ਤੋਂ ਮੈਨੂੰ ਜਿਹੜਾ ਪਿਆਰ ਮਿਲਿਆ, ਪੰਜਾਬੀਆਂ ਤੋਂ ਜੋ ਉਹ ਮੈਂ ਇੰਡੀਆ ਤੋਂ ਸਾਰਾ ਪਿਆਰ ਉਹ ਸਮੇਟ ਕੇ ਤਾਂ ਵਾਪਸ ਮੈਂ ਗਿਆ, ਉਹ ਤਾਂ ਉਹਨਾਂ ਮੈਨੂੰ ਹੋਰ ਹੱਲਾਸ਼ੇਰੀ ਮਿਲੀ। ਪਰ ਮੈਂ ਕਿਹਾ ਮੈਨੂੰ ਇਸ ਗੱਲ ਦਾ ਵੀ ਇਲਮ ਆ ਕਿ ਜਦੋਂ ਮੈਂ ਪਿਛਲੇ ਸਾਲ ਇੱਥੇ ਆਇਆ ਸੀ ਤਾਂ ਇੱਥੇ ਕਈ ਜਿਹੜੇ ਸ਼ਰਾਰਤੀ ਅਨਸਰ ਸੀ ਉਹਨਾਂ ਨੇ ਉੱਥੇ ਬਿਆਨਬਾਜ਼ੀ ਕੀਤੀ ਸੀਗੀ ਵੀ ਇਹ ਬੰਦਾ ਜੀ ਇਹ ਕਿਸਾਨ ਮੋਰਚੇ ਵੇਲੇ ਇਹਨੇ ਇਦਾਂ ਆਖਿਆ ਸੀ, ਇਹ ਤਾਂ ਐਂਟੀ ਨੈਸ਼ਨਲ, ਇਹ ਤਾਂ ਐਂਟੀ ਇੰਡੀਆ ਆ, ਇਹ ਤਾਂ ਵੱਖਵਾਦੀ ਇੱਦਾਂ। ਮੈਂ ਕਿਹਾ ਉਹ ਜਿਹੜੇ ਗਲਤ ਵਿਅਕਤੀਆਂ ਨੇ ਉਦੋਂ ਵੀ ਕਿਹਾ ਸੀਗਾ ਵੀ ਇਹਦਾ ਵੀਜ਼ਾ ਰੱਦ ਹੋਵੇ। ਤਾਂ ਇਹ ਮੈਨੂੰ ਲੱਗਦਾ ਸ਼ਾਇਦ ਉਹਨਾਂ ਸਾਰਿਆਂ ਦੀਆਂ ਸ਼ਿਕਾਇਤਾਂ ਦੀ ਬਦੌਲਤ ਜੋ ਪ੍ਰਸ਼ਾਸਨ ਨੇ ਉਹ ਕਾਰਵਾਈ ਕੀਤੀ ਹੋਣੀ ਆ। ਤੇ ਮੈਂ ਇਸ ਗੱਲ ਦਾ ਵੀ ਮੈਨੂੰ ਦੇਖੋ ਪੂਰਾ ਖਿਆਲ ਆ ਕਿ ਬਹੁਤ ਸਾਰੇ ਵਿਅਕਤੀਆਂ ਨੇ ਉਚੇਚ ਤੌਰ ਤੇ ਸਾਡੇ ਜਿਹੜੇ ਪਰਿਵਾਰ ਦੇ ਵਿਅਕਤੀ ਨੇ ਜਾਂ ਹੋਰ ਅਜ਼ੀਜ਼ ਨੇ, ਉਹਨਾਂ ਨੇ ਬੜੀ ਮਿਹਨਤ ਮੁਸ਼ੱਕਤ ਨਾਲੇ ਉਹਨਾਂ ਦਾ ਪਿਆਰ ਜਿਹੜਾ ਸੀਗਾ, ਉਹਨਾਂ ਦੀ ਆਸ਼ੀਰਵਾਦ, ਉਹਨਾਂ ਦਾ ਜਜ਼ਬਾ, ਉਹਨਾਂ ਨੇ ਤਰਫਦਾਰੀ ਕੀਤੀ ਤਾਂ ਤਦੀ ਇਹ ਸਾਰਾ ਮਸਲਾ ਸੁਲਝ ਗਿਆ। ਸੋ ਉਹਨਾਂ ਕਈ ਵਿਅਕਤੀਆਂ ਨੇ ਮੈਨੂੰ ਬਾਅਦ ਵਿੱਚ ਫੋਨ ਵੀ ਆਇਆ ਉਹਨਾਂ ਦਾ ਕਿ ਸਾਨੂੰ ਤਾਂ ਆਪ ਮਾੜਾ ਲੱਗ ਰਿਹਾ ਵੀ ਇੱਦਾਂ ਤੁਹਾਡੇ ਨਾਲ ਇੱਦਾਂ ਹੋਇਆ, ਤੇ ਅਸੀਂ ਤਾਂ ਆਪਣੇ ਵੱਲੋਂ ਤਾਂ ਪੂਰੇ ਕੋਸ਼ਿਸ਼ ਕੀਤੀ ਸੀ ਵੀ ਦਿੱਲੀ ਫੋਨ ਕਰੀਏ, ਇੱਦਾਂ ਕਰੀਏ, ਫਿਰ ਕਰਾ ਕੇ ਤਾਂ ਇਹ ਮਸਲਾ ਨਜਿੱਠ ਹੋਇਆ। ਤਾਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ। ਇਸ ਦੇ ਨਾਲ ਜਿਹੜੇ ਕਈ ਸਿਆਸੀ ਆਗੂ ਨੇ ਤੇ ਕੋਈ ਮੈਂਬਰਸ ਆਫ ਪਾਰਲੀਮੈਂਟ ਨੇ, MLAs ਨੇ, ਮੈਨੂੰ ਪਤਾ ਉਹਨਾਂ ਨੇ ਵੀ ਆਪਣੇ ਬਿਆਨ ਦਰਜ ਕੀਤੇ ਨੇ ਕਿ ਉਹਨਾਂ ਨੂੰ ਮਾੜਾ ਲੱਗਾ। ਤਾਂ ਇਹ ਸਿਰਫ ਇਹ ਇੱਕ ਵਿਅਕਤੀ ਦੇ ਨੇਗੇ, ਜਿਹੜੇ ਸਿੱਖ ਭਾਈਚਾਰੇ ਦੇ ਜਿਹੜੇ ਨੁਮਾਇੰਦੇ ਹੁੰਦੇ ਨੇ, ਇਹ ਉਹਨਾਂ ਤੇ ਵੀ ਇੱਕ ਕਿਸਮ ਦਾ ਵੀ ਉਹਨਾਂ ਦੇ ਵੀ ਇਹ ਵਧੀਕੀ ਆ ਉਹਨਾਂ ਦੇ ਖਿਲਾਫ, ਕਿਉਂਕਿ ਇੱਦਾਂ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨਾਲ ਇੱਦਾਂ ਨਹੀਂ ਹੋਣਾ ਚਾਹੀਦਾ। ਤਾਂ ਮੇਰੀ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਆ ਕਿ ਉਹ ਅੱਗੇ ਤੋਂ ਜਿਹੜੇ ਆ ਇਹੋ ਜਿਹੇ ਜਿਹੜੇ ਨਫ਼ਰਤ ਭਰੇ ਜਿਹੜੇ ਵਿਅਕਤੀ ਹੁੰਦੇ ਨੇ, ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਪਾੜਾ ਪਾਉਂਦੇ ਨੇ, ਤਾਂ ਲੋਕਾਂ ਨੂੰ ਇਹ ਬਾਰ-ਬਾਰ ਦੇਖੋ ਉਹਨਾਂ ਦਾ ਕਿਸਾਨਾਂ ਨੂੰ ਵੀ ਨਹੀਂ ਬਖਸ਼ਿਆ। ਕਿਸਾਨ ਅੰਦੋਲਨ ਕਰਕੇ ਤੁਸੀਂ ਬੋਲਦੇ ਰਹੇ ਹੋ, ਤੁਹਾਨੂੰ ਲੱਗਦਾ ਇਸੇ ਕਰਕੇ ਤੁਹਾਨੂੰ ਵਾਰ-ਵਾਰ ਟਾਰਗੇਟ ਕੀਤਾ ਜਾ ਰਿਹਾ ਜੀ? ਦੇਖੋ ਉਹ ਤਾਂ ਤੁਹਾਨੂੰ ਵੀ ਪਤਾ ਵੀ ਡਟ ਕੇ ਐਨ ਸ਼ੇਰਾਂ ਦੇ ਵਾਂਗ ਉੱਥੇ ਮੈਂ ਪਾਰਲੀਮੈਂਟ ਦੇ ਵਿੱਚ ਵੀ ਗਰਜਿਆ ਸੀ, ਹੋਰ ਪਾਸੇ ਵੀ ਦੇਖੋ ਇਹ ਜ਼ਰੂਰੀ ਆ ਵੀ ਕਿਸਾਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਉਹਨਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਤੇ ਉਸ ਤੋਂ ਬਾਅਦ ਤਾਂ ਮੈਂ ਇੱਥੇ ਆਇਆ ਹੀ ਨਹੀਂਗਾ, ਕਿਉਂਕਿ ਹੁਣ ਤਕਰੀਬਨ 1.5 ਜਾਂ 1.5 ਸਾਲ ਹੋ ਗਿਆ ਪਿਛਲੇ ਅਪ੍ਰੈਲ ਦਾ, ਹੁਣ ਮੈਂ ਇੱਥੇ ਪਰਤਿਆ। ਉਦੋਂ ਵੀ ਜਿੱਥੇ ਲੋਕਾਂ ਦਾ ਪਿਆਰ ਤਾਂ ਨਿੱਘ ਮਿਲਿਆ, ਉੱਥੇ ਜਿਹੜੇ ਸ਼ਿਕਾਇਤਾਂ ਵੀ ਉਦੋਂ ਹੀ ਸ਼ੁਰੂ ਹੋਈਆਂ ਸੀ ਵੀ ਇਹ ਬੰਦੇ ਦਾ ਵੀਜ਼ਾ ਰੱਦ ਕਰੋ, ਇਹਨੂੰ ਅੱਗੇ ਤੋਂ ਨਾ ਆਉਣ ਦਿਓ, ਇੱਦਾਂ। ਤੋ ਇਹ ਤਦੀ ਮੈਂ ਇਹ ਗੱਲ ਕਰ ਰਿਹਾ ਵੀ ਮੈਨੂੰ ਲੱਗਦਾ ਵੀ ਇਹ ਉਹਨਾਂ ਸਾਰਿਆਂ ਦੀ ਬਦੌਲਤ ਹੀ ਆ। ਪਰ ਇਹ ਇੱਕ ਕਿਸਮ ਦੀ ਮੈਂ ਤਦੀ ਆਪਣੇ ਬਿਆਨ ਦੇ ਵਿੱਚ ਇਹ ਵੀ ਦਰਜ ਕੀਤਾ ਸੀਗਾ ਵੀ ਇਹ ਮੈਨੂੰ ਕੀਮਤ ਅਦਾ ਕਰਨੀ ਪਈ ਆ ਵੀ ਜਿਹੜੇ ਮਨੁੱਖੀ ਅਧਿਕਾਰਾਂ ਤੇ
ਜਦੋਂ ਆਪਾਂ ਆਵਾਜ਼ ਬੁਲੰਦ ਕਰਦੇ, ਸੱਚ ਹੱਕ ਦੀ ਆਵਾਜ਼ ਕਰਦੇ ਹਾਂ, ਤਾਂ ਖਾਸ ਤੌਰ ਤੇ ਜੇ ਆਪਾਂ ਘੱਟ ਗਿਣਤੀਆਂ ਲਈ ਜਾਂ ਮਜ਼ਲੂਮਾਂ ਲਈ ਜਦੋਂ ਆਪਾਂ ਖੜਦੇ ਹਾਂ ਤਾਂ ਉਹਦਾ ਖਮਿਆਜਾ ਆਪਾਂ ਨੂੰ ਕਿਤੇ ਨਾ ਕਿਤੇ ਭੁਗਤਣਾ ਪੈਂਦਾ ਹੈ। ਉਹ ਸ਼ਰਾਰਤੀ ਅਨਸਰਾਂ ਦੀਆਂ ਕਾਰਵਾਈਆਂ ਸਾਨੂੰ ਸਹਿਣੀਆਂ ਪੈਂਦੀਆਂ ਨੇ। ਇਹ ਸਮੇਂ-ਸਮੇਂ ਤੇ ਚਾਹੇ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ, ਉੱਥੇ ਵੀ ਜਿੰਨੇ ਫੇਕ ਅਕਾਊਂਟਸ ਤਾਬੜਤੋੜ ਹਮਲੇ ਹੁੰਦੇ ਆ। ਉੱਥੇ ਜਿਹੜੇ ਕਈ ਲੋਕੀ ਜੋ ਪਹਿਰਾਵਾ ਜਿਨ੍ਹਾਂ ਨੂੰ ਨਹੀਂ ਪਸੰਦ, ਉੱਥੇ ਬਾਹਰ ਵੀ ਜਿਹੜੇ ਕਈ ਹੁੰਦੇ ਆ, ਉਹ ਕਹਿੰਦੇ ਲੈ ਲਓ ਜੀ, ਇਹ ਤਾਂ ਤੁਸੀਂ ਤਾਂ ਇਹ ਪਤਾ ਨਹੀਂ ਪੱਗ ਜਾਂ ਦਾੜੀ ਕਿਉਂ ਆ, ਕੀ ਆ, ਇਹ ਤਾਂ ਬਾਹਰਲੇ ਆ, ਇਹਨਾਂ ਨੂੰ ਦੇਸ਼ ਚੋਂ ਕੱਢੋ। ਇੱਦਾਂ ਦੇ ਵੀ ਬਿਆਨਬਾਜ਼ੀ ਸੁਣਨੀ ਜਾਂ ਦੇਖਣ ਨੂੰ ਮਿਲਦੀ ਆ। ਇਸ ਦੇ ਨਾਲ ਨਾਲ ਕਈ ਇਹੋ ਜਿਹੇ ਵਿਅਕਤੀ ਹੁੰਦੇ ਨੇ ਜੋ ਨਫ਼ਰਤ ਭਰੇ ਅੰਦਾਜ਼ ਨਾਲ ਤੁਹਾਨੂੰ ਦੇਖਦੇ ਨੇ, ਕਿਉਂਕਿ ਤੁਸੀਂ ਮਨੁੱਖੀ ਅਧਿਕਾਰਾਂ ਤੇ ਖੜਦੇ ਆ। ਸੋ ਮੇਰੀ ਇਹ ਬੇਨਤੀ ਪੁਰਜ਼ੋਰ ਅਪੀਲ ਆ ਕਿ ਤੁਸੀਂ ਇਹ ਗੱਲਾਂ ਨੂੰ ਮੁੱਖ ਰੱਖਦੇ ਹੋਏ ਉਹ ਸ਼ਰਾਰਤੀ ਅਨਸਰਾਂ ਦੀਆਂ ਗੱਲਾਂ ਨੂੰ ਨਾ ਜ਼ਿਆਦਾ ਤਰਜੀਹ ਦਿਓ, ਤੇ ਇਹ ਦੇਖੋ ਵੀ ਜਿਹੜੇ ਅਮਨ ਸ਼ਾਂਤੀ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਜਾਂ ਜਿਹੜੇ ਜ਼ਿੰਮੇਵਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਨੇ, ਸੇਵਾ ਨਿਭਾ ਰਹੇ ਨੇ, ਵੀ ਉਹਨਾਂ ਦੇ ਨਾਲ ਖੱਜਲ ਖੁਆਰੀ ਜਾਂ ਉਹਨਾਂ ਦੀ ਬਦਸਲੂਕੀ ਨਹੀਂ ਹੋਣੀ ਚਾਹੀਦੀ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਜੀ ਸਰ, ਇੱਕ ਸਵਾਲ ਮੇਰਾ ਇਸ ਨੂੰ ਲੈ ਕੇ ਵੀ ਹੈ। ਮਨੁੱਖੀ ਅਧਿਕਾਰਾਂ ਦੀ ਗੱਲ ਤੁਸੀਂ ਕੀਤੀ, ਲਗਾਤਾਰ ਅਸੀਂ ਦੇਖਦੇ ਹਾਂ ਤੁਸੀਂ ਪਾਰਲੀਮੈਂਟ ਦੇ ਵਿੱਚ ਬ੍ਰਿਟੇਨ ਦੇ ਵਿੱਚ ਤੁਸੀਂ ਕਿਹਾ ਕਿ ਗਰਜਦੇ ਹੋ, ਅਸੀਂ ਵੀ ਲਗਾਤਾਰ ਦੇਖਦੇ ਹਾਂ, ਵਾਚ ਕਰਦੇ ਹਾਂ। ਹਰ ਪੰਜਾਬੀ ਨੂੰ, ਹਰ ਸਿੱਖ ਨੂੰ ਮਾਣ ਹੁੰਦਾ ਤੁਹਾਡੇ ਤੇ ਜੋ ਤੁਸੀਂ ਇਸ਼ੂ ਰੇਜ਼ ਕਰਦੇ ਹੋ। ਅਵਤਾਰ ਸਿੰਘ ਖੰਡਾ ਹੋਣਾ ਵਾਲਾ ਇਸ਼ੂ, ਅਵਤਾਰ ਸਿੰਘ ਖੰਡਾ ਦੀ ਡੈਥ ਹੋਈ ਬ੍ਰਿਟੇਨ ਦੇ ਵਿੱਚ, ਔਰ ਉਹਨਾਂ ਦੇ ਮਾਤਾ ਔਰ ਉਹਨਾਂ ਦੇ ਸਿਸਟਰ ਵੀ ਜਾਣਾ ਚਾਹੁੰਦੇ ਸੀਗੇ। ਉਹ ਕਹਿੰਦੇ ਕਿ ਇੰਗਲੈਂਡ ਨੇ, ਯੂਕੇ ਨੇ ਵੀਜ਼ਾ ਨਹੀਂ ਦਿੱਤਾ। ਇਸ ਚੀਜ਼ ਨੂੰ ਲੈ ਕੇ ਵੀ ਕਈ ਲੋਕਾਂ ਨੇ, ਕਾਫੀ ਲੋਕਾਂ ਨੇ ਇਤਰਾਜ਼ ਜਤਾਇਆ ਇਸ ਚੀਜ਼ ਤੇ ਵੀ ਮਾਂ ਦੀ ਕੋਸ਼ਿਸ਼ ਸੀਗੀ ਕਿ ਅਖੀਰਲੀ ਵਾਰ ਆਪਦੇ ਬੇਟੇ ਨੂੰ ਦੇਖ ਲਵੇ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਕੋਸ਼ਿਸ਼ ਹੋਈ ਹੈ ਉੱਧਰ ਕਿ ਵੀਜ਼ਾ ਉਹਨਾਂ ਨੂੰ ਦਿੱਤਾ ਜਾਵੇ? ਕਹਿੰਦੇ ਕਿ ਇਹ ਵੀ ਇੱਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾਲੀ ਗੱਲ ਹੈ। ਜੀ ਦੇਖੋ, ਇਸ ਚੀਜ਼ ਦੇ ਬਾਰੇ ਮੈਨੂੰ ਵਿਸਥਾਰ ਦੇ ਨਾਲ ਤਾਂ ਨਹੀਂ ਮੈਨੂੰ ਪਤਾ ਲੱਗਾ ਵੀ ਕੀ ਵਿੱਚੋਂ ਕਿਵੇਂ ਹੋਇਆ। ਉਹ ਜਿਹੜੀ ਰਾਹਦਾਰੀ ਸੀ ਕਿਸ ਨੇ ਭੇਜੀ ਹੋਈ ਸੀਗੀ, ਜਾਂ ਉਹ ਰਾਹਦਾਰੀ ਨੂੰ ਜੋ ਉੱਥੇ ਦਾ ਜਿਹੜਾ ਗ੍ਰਹਿ ਮੰਤਰਾਲੇ ਆ ਵੀ ਉਹਨਾਂ ਨੇ ਕਿਉਂ ਨਾ ਕੀਤੀ। ਅਕਸਰ ਜਿਹੜੇ ਅਲੱਗ-ਅਲੱਗ ਜਿਹੜੇ ਇੱਥੋਂ ਸਪਾਂਸਰਸ਼ਿਪ ਜਿਹੜੀਆਂ ਹੁੰਦੀਆਂ ਐਪਲੀਕੇਸ਼ਨਸ ਇੱਥੋਂ ਜਾਂਦੀਆਂ ਨੇ, ਉੱਥੋਂ ਯੂਕੇ ਤੋਂ ਆਉਂਦੀਆਂ ਨੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਲਈ, ਤੇ ਕਈ ਦਫਾ ਉਹ ਹਾਂ ਹੋ ਜਾਂਦੀ ਆ, ਪਰ ਬਹੁਤ ਸਮਾਂ ਉਹ ਨਾ ਦਾ ਸਾਹਮਣਾ ਵੀ ਕਰਨਾ ਪੈਂਦਾ ਆ। ਸੋ ਇਹ ਮੇਰੀ ਤਾਂ ਇਹੀ ਅਪੀਲ ਹੁੰਦੀ ਹੈ ਸਰਕਾਰ ਨੂੰ ਹਮੇਸ਼ਾ ਵੀ ਜਿਹੜਾ ਵੀ ਕੋਈ ਹੈਗਾ ਆ ਵੀ ਜੇ ਸਹੀ ਤਰੀਕੇ ਨਾਲ ਸਾਰਾ ਕੁਝ ਕਾਗਜ਼ ਪੱਤਰ ਆਪਣੇ ਜਮ੍ਹਾਂ ਹੋਏ ਨੇ, ਤੇ ਉਚੇਚੇ ਤੌਰ ਤੇ ਜਦੋਂ ਹਮਦਰਦੀ ਦੀ ਗੱਲ ਹੁੰਦੀ ਆ, ਜੇ ਕੋਈ ਵਿਅਕਤੀ ਪੂਰਾ ਹੋ ਗਿਆ ਹੋਵੇ, ਪਰਿਵਾਰ ਦੇ ਵਿੱਚ ਕਿਸੇ ਦਾ ਕੋਈ ਘਰ ਵਾਲਾ ਜਾਂ ਘਰ ਵਾਲੀ ਜਾਂ ਕੋਈ ਮਾਂ-ਬਾਪ ਜਾਂ ਬੱਚੇ ਜਾਂ ਉਹ ਗੱਲ ਹੋਵੇ, ਤਾਂ ਉਸ ਨੂੰ ਆਪਾਂ ਹਮਦਰਦੀ ਦੇ ਨਾਲ ਜ਼ਰੂਰ ਦੇਖਿਆ ਜਾਣਾ ਚਾਹੀਦਾ। ਪਰ ਇਸ ਦੇ ਜਿਹੜੇ ਪੂਰੇ ਤੱਥ ਨੇ, ਇਹ ਮੈਂ ਸਮਝਦਾ ਕਿ ਜਿਹੜਾ ਉੱਥੇ ਬਤੌਰ ਜਿੱਥੋਂ ਵੀ ਰਾਹਦਾਰੀ ਗਈ ਆ, ਉਹ ਜਿਹੜਾ ਸਥਾਨਕ MP ਕਰਕੇ ਉੱਥੇ ਜਿਹੜਾ ਪਾਰਲੀਮੈਂਟਰੀ ਪ੍ਰੋਟੋਕੋਲ ਇੱਦਾਂ ਹੁੰਦਾ ਆ ਕਿ ਜਿਹੜਾ ਸਥਾਨਕ ਮੈਂਬਰ ਆਫ ਪਾਰਲੀਮੈਂਟ ਹੁੰਦਾ ਆ, ਜੇ ਇਸ ਵਿਅਕਤੀ ਨੇ ਰਾਹਦਾਰੀ ਭੇਜੀ ਆ, ਉਹ ਉਹਨਾਂ ਤੱਕ ਜ਼ਰੂਰ ਪਹੁੰਚ ਕਰੇ, ਤਾਂ ਉਹ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਫਿਰ ਕਾਰਵਾਈ ਕਰਨੀ ਹੁੰਦੀ ਆ ਵੀ ਗ੍ਰਹਿ ਮੰਤਰਾਲੇ ਤੱਕ, ਹੋਮ ਆਫਿਸ ਤੱਕ ਪਹੁੰਚ ਕਰਨੀ ਹੁੰਦੀ ਆ ਵੀ ਕਿਉਂ ਉਹ ਨਾ ਕੀਤੀ ਗਈ ਆ, ਤਾਂ ਇਹਦੇ ਪੂਰੇ ਸਾਨੂੰ ਕਾਰਨ ਦੱਸੋ, ਤੇ ਜੇ ਕੁਝ ਗਲਤ ਫੈਸਲਾ ਲੱਗਿਆ ਤਾਂ ਫਿਰ ਉਹ ਤੇ ਲੋੜੀਂਦੀ ਕਾਰਵਾਈ ਅੱਗੇ ਤੋਂ ਹੁੰਦੀ ਆ। ਉਹਨਾਂ ਦੀ ਅਵਤਾਰ ਸਿੰਘ ਖੰਡਾ ਦੀ ਡੈਥ ਹੋਈ, ਉਸ ਨੂੰ ਲੈ ਕੇ ਵੱਖ-ਵੱਖ ਤਰੀਕੇ ਦੀਆਂ ਖਬਰਾਂ, ਵੱਖ-ਵੱਖ ਤਰੀਕੇ ਦੀਆਂ ਗੱਲਾਂ, ਈਵਨ ਇੰਡੀਅਨ ਮੀਡੀਆ ਦੇ ਵਿੱਚ ਵੀ ਆਇਆ ਕਿ ਜ਼ਹਿਰ ਦਿੱਤਾ, ਕੋਈ ਕਹਿੰਦਾ ਕੁਝ ਹੋਇਆ। ਇਸ ਨੂੰ ਲੈ ਕੇ ਤੁਸੀਂ ਕੋਈ ਥੋੜਾ ਬਹੁਤ ਜਾਣਕਾਰੀ ਵੀ ਹਾਸਲ ਕੀਤੀ ਕਿ ਆਖਰ ਵਜ੍ਹਾ ਕੀ ਹੋਈ ਹੈ? ਕਿਉਂਕਿ ਸਿੱਖ ਨੌਜਵਾਨ ਸੀਗਾ ਉਹ। ਜੀ ਦੇਖੋ, ਜੋ ਮੈਨੂੰ ਪਤਾ ਲੱਗਾ ਸੀਗਾ ਵੀ ਉਹ ਕਾਫੀ ਸਮੇਂ ਤੋਂ ਆਪਣੇ ਜੋ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਸੀਗਾ, ਤਾਂ ਉਹਨਾਂ ਦੀ ਕੋਈ ਟਰਮੀਨਲ ਇਲਨੈਸ ਵੀ ਸੀਗੀ, ਜਿਹੜੀ ਇੱਕ ਇਹੋ ਜਿਹੀ ਗੰਭੀਰ ਬਿਮਾਰੀ ਸੀ, ਕਾਫੀ ਸਮੇਂ ਤੋਂ ਜੂਝਦੇ ਰਹੇ ਸੀ, ਤੇ ਉਹ ਫਿਰ ਪੂਰੇ ਹੋ ਗਏ। ਤਾਂ ਇਸ ਤੋਂ ਜ਼ਿਆਦਾ ਜੋ, ਕਿਉਂਕਿ ਉਹ ਮੇਰੇ ਸ਼ਹਿਰ ਵਾਸੀ ਨਹੀਂ ਸੀ, ਤਾਂ ਉਹ ਪੂਰਾ ਜਿਹੜਾ ਹੁੰਦਾ ਆ ਵੀ ਉਹ ਪਰਿਵਾਰ ਜਿਹੜਾ ਹੁੰਦਾ ਆ, ਜਾਂ ਉਹਨਾਂ ਨੂੰ ਉਹ ਜਾਣਕਾਰੀ ਮਿਲਦੀ ਹੁੰਦੀ ਆ, ਤੇ ਜਾਂ ਜਿਹੜੇ ਉੱਥੇ ਸਥਾਨਕ ਜੋ ਹਸਪਤਾਲ ਹੁੰਦਾ ਉਹਨਾਂ ਤੋਂ ਜਿਹੜੀ ਜਾਣਕਾਰੀ ਮਿਲਦੀ ਹੁੰਦੀ ਆ। ਪਰ ਉਹ ਜਾਣਕਾਰੀ ਸਿਰਫ ਪਰਿਵਾਰ ਨੂੰ, ਕਿਉਂਕਿ ਉੱਥੇ GDPR ਜਿਹੜਾ ਹੁੰਦਾ ਵੀ ਤੁਸੀਂ ਇਹ ਨਹੀਂਗਾ ਵੀ ਕਿਸੇ ਦੀ ਸੂਚਨਾ ਕਿਸੇ ਨੂੰ, ਜੇ ਹੁਣ ਤੁਸੀਂ ਜਾਂ ਮੈਂ ਆਪਾਂ ਉਹ ਦੇ ਨਹੀਂ ਸਕਦੇ ਹੁੰਦੇ, ਉਹ ਪਰ ਪਰਿਵਾਰ ਨੂੰ ਪੂਰਾ ਹੱਕ ਆ ਵੀ ਕੀ ਹੋਇਆ, ਕਿਉਂਕਿ ਉਹ ਹੋਇਆ, ਤੇ ਜੇ ਉਹ ਬਿਮਾਰੀ ਜਿਸ ਤੋਂ ਜੂਝ ਰਹੇ ਸੀ ਕਾਫੀ ਸਮੇਂ ਤੋਂ, ਜੇ ਉਸ ਕਾਰਨ ਮੌਤ ਦਾ ਕਾਰਨ ਬਣਿਆ ਜਾਂ ਕੁਝ ਹੋਰ ਹੋਵੇ, ਉਹ ਫਿਰ ਜੋ ਹਸਪਤਾਲ ਹੁੰਦਾ, ਜੇ ਡਾਕਟਰਸ ਹੁੰਦੇ ਨੇ, ਉਹਨਾਂ ਦਾ ਫਰਜ਼ ਬਣਦਾ ਹੁੰਦਾ ਵੀ ਉਹ ਜਿਹੜਾ ਪੋਸਟਮਾਰਟਮ ਦੇ ਦੌਰਾਨ ਜਾਂ ਆਪਣੇ ਜੋ ਉਹਨਾਂ ਦਾ ਇਲਾਜ ਦੇ ਦੌਰਾਨ ਜੋ ਕੁਝ ਹੋਇਆ, ਉਹ ਰਿਪੋਰਟ ਫਿਰ ਪਰਿਵਾਰ ਨੂੰ ਉਹ ਪੇਸ਼ ਕਰਨਾ ਉਹਨਾਂ ਦਾ ਫਰਜ਼ ਬਣਦਾ ਹੁੰਦਾ। ਪਿਛਲੇ ਦਿਨਾਂ ਦੇ ਵਿੱਚ ਜਿਵੇਂ ਘਟਨਾਵਾਂ ਹੋਈਆਂ,
ਭਾਰਤੀ ਤਿਰੰਗੇ ਨੂੰ ਲੈ ਕੇ ਖਾਸ ਤੌਰ ਤੇ, ਔਰ ਉੱਥੇ ਹਾਈ ਕਮਿਸ਼ਨ ਦੇ ਬਾਹਰ ਵੀ ਪ੍ਰੋਟੈਸਟ ਕੀਤਾ ਗਿਆ, ਤਿਰੰਗਾ ਉਤਾਰਿਆ ਗਿਆ, ਉੱਥੇ ਅਪਮਾਨ ਕੀਤਾ ਗਿਆ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਕਿਉਂ ਰਹੀਆਂ ਨੇ ਇਹ ਚੀਜ਼ਾਂ? ਕਾਫੀ ਥਾਵਾਂ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ। ਸਭ ਤੋਂ ਪਹਿਲਾਂ ਤੁਸੀਂ ਮਹਿਸੂਸ ਕੀ ਕਰਦੇ ਹੋ ਜਦੋਂ ਇਹੋ ਜਿਹੀਆਂ ਪਿਕਚਰਸ ਦੇਖਦੇ ਹੋ, ਇਹੋ ਜਿਹੇ ਵੀਡੀਓਜ਼ ਦੇਖਦੇ ਹੋ? ਦੇਖੋ, ਮੁਜ਼ਾਹਰੇ ਸਾਰੇ ਪਾਸੇ ਹੁੰਦੇ, ਸਿਰਫ ਇੰਡੀਆ 'ਚ ਨਹੀਂ ਹੁੰਦੇ, ਇਹ ਯੂਕੇ 'ਚ ਵੀ, ਹੋਰ ਦੇਸ਼ਾਂ 'ਚ ਵੀ ਇਹ ਚੱਲਦਾ ਰਹਿੰਦਾ ਹੁੰਦਾ ਆ ਵੀ ਮੁਜ਼ਾਹਰੇ ਅਲੱਗ-ਅਲੱਗ ਕਰਨੇ। ਪਰ ਦੇਖੋ, ਲੰਡਨ ਆ, ਇਹ ਸਿਰਫ ਉਹ ਯੂਕੇ ਦੀ ਰਾਜਧਾਨੀ ਨਹੀਂ, ਇਹ ਕਿਸਮ ਦੀ ਜਿਹਨੂੰ ਗਲੋਬਲ ਕੈਪੀਟਲ ਵਜੋਂ ਮੰਨਿਆ ਜਾਂਦਾ ਵੀ ਇਹ 3-4 ਸ਼ਹਿਰ ਇਦਾਂ ਦੇ ਆ ਜਿੱਥੇ ਦੁਨੀਆ ਭਰ ਤੋਂ ਲੋਕੀ ਆਉਂਦੇ ਨੇ ਅਲੱਗ-ਅਲੱਗ। ਉੱਥੇ ਸਾਡਾ ਵੀ ਕਿਸੇ ਅਲੱਗ-ਅਲੱਗ ਵਿਅਕਤੀਆਂ ਨਾਲ ਵਾਰਤਾਲਾਪ ਹੁੰਦਾ ਹੀ ਰਹਿੰਦਾ ਆ। ਇੱਥੇ ਇੰਡੀਆ ਤੋਂ ਵੀ ਬਹੁਤ ਸਾਰੇ ਚੁਣੇ ਹੋਏ ਨੁਮਾਇੰਦੇ ਜਾਂਦੇ ਨੇ, ਉੱਥੇ ਹੋਰ ਵੀ ਮੁਲਕਾਂ ਤੋਂ। ਉੱਥੇ ਜਿਹੜਾ ਉਸ ਸ਼ਹਿਰ ਦੀ ਬਣਤਰ ਵੀ ਇਹੋ ਜਿਹੀ ਆ ਵੀ ਦੁਨੀਆ ਤੋਂ ਅਲੱਗ-ਅਲੱਗ ਹਿੱਸਿਆਂ 'ਚੋਂ ਉੱਥੇ ਲੋਕ ਉਸ ਸ਼ਹਿਰ ਨੂੰ ਆਪਣਾ ਘਰ ਵਜੋਂ ਉਹਨਾਂ ਨੇ ਬਣਾਇਆ ਹੋਇਆ ਆ। ਸੋ ਉਹ ਤਦੀ ਅਲੱਗ-ਅਲੱਗ ਮਸਲਿਆਂ ਤੇ ਉੱਥੇ ਕੁਛ ਨਾ ਕੁਛ ਚੱਲਦਾ ਰਹਿੰਦਾ। ਪਰ ਹਰ ਇੱਕ ਨੂੰ ਹੱਕ ਆ, ਪਰ ਸ਼ਾਂਤਮਈ ਢੰਗ ਦੇ ਨਾਲ ਕੋਈ ਵੀ ਰੋਸ ਪ੍ਰਦਰਸ਼ਨ ਕਰਨਾ ਆ, ਸ਼ਾਂਤਮਈ ਢੰਗ ਦੇ ਨਾਲ ਆਪਣੀ ਆਵਾਜ਼ ਤੁਸੀਂ ਬੁਲੰਦ ਕਰ ਸਕਦੇ ਹੋ। ਕੋਈ ਰੋਕ ਟੋਕ ਨਹੀਂ ਗੀ ਯੂਕੇ ਦੇ ਵਿੱਚ, ਜੋ ਸਾਰੇ ਜਮਹੂਰੀਅਤ ਦੇ ਵਿੱਚ। ਪਰ ਜੇ ਕੋਈ ਹੁੱਲੜਬਾਜ਼ੀ ਤੇ ਜਾਂ ਕੋਈ ਕੁਛ ਵਧੀਕੀ ਕਰਨ ਦੀ ਉੱਥੇ ਕੋਸ਼ਿਸ਼ ਕਰੇ, ਫਿਰ ਪ੍ਰਸ਼ਾਸਨ ਉਸ ਤੇ ਜ਼ਰੂਰ ਜੋ ਬਣਦੀ ਲੋੜੀਂਦੀ ਕਾਰਵਾਈ ਕਰਦਾ ਆ। ਮੈਨੂੰ ਪਤਾ ਇੱਥੇ ਕਈ ਗਲਤ ਅਫਵਾਹਾਂ ਵੀ, ਇੱਥੇ ਕਈ ਗਲਤ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਨੇ, ਜਾਂ ਸੋਸ਼ਲ ਮੀਡੀਆ ਤੇ ਅਸੀਂ ਦੇਖੀਦਾ ਆ, ਉਹ ਕਹਿੰਦੇ ਕੋਈ ਉੱਥੇ ਕਾਰਵਾਈ ਨਹੀਂ ਕਰ ਰਿਹਾ, ਕੋਈ ਇੱਦਾਂ ਨਹੀਂ ਕਰ ਰਿਹਾ, ਇੱਥੇ ਇੱਦਾਂ ਹੋ ਗਿਆ ਜੀ। ਇਹੋ ਜਿਹੀ ਕੋਈ ਗੱਲ ਨਹੀਂ ਗੀ। ਇਹ ਜਦੋਂ ਉੱਥੇ ਹੁਣ ਇੰਡੀਅਨ ਹਾਈ ਕਮਿਸ਼ਨ, ਤੁਸੀਂ ਲੰਡਨ ਦੀ ਗੱਲ ਕੀਤੀ ਆ, ਉੱਥੇ ਜਦੋਂ ਪਹਿਲਾਂ ਮੁਜ਼ਾਹਰੇ ਹੁੰਦੇ ਸੀਗੇ ਸ਼ਾਂਤਮਈ ਢੰਗ ਨਾਲ, ਉਹ ਕਿਸੇ ਨੇ ਕੁਛ ਨਹੀਂ ਕਿਹਾ ਵੀ ਉਹ ਹਰ ਇੱਕ ਦਾ ਹੱਕ ਆ। ਸਿਰਫ ਇੰਡੀਅਨ ਹਾਈ ਕਮਿਸ਼ਨ ਦੇ ਨਹੀਂ, ਇੱਥੇ ਪਾਕਿਸਤਾਨ ਹਾਈ ਕਮਿਸ਼ਨ ਦੇ, ਬ੍ਰਾਜ਼ੀਲੀਅਨ ਹਾਈ ਕਮਿਸ਼ਨ ਦੇ, ਸਾਰਿਆਂ ਦੇ ਬਾਹਰ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਹੁੰਦਾ। ਪਰ ਜਦੋਂ ਉੱਥੇ ਖਬਰਾਂ ਪਹੁੰਚੀਆਂ ਵੀ ਉੱਥੇ ਕੁਛ ਭੰਨਤੋੜ ਹੋ ਗਈ ਆ, ਜਾਂ ਉੱਥੇ ਦਾ ਜਿਹੜਾ ਝੰਡਾ ਆ ਕਿਸੇ ਨੇ ਚੜ੍ਹ ਕੇ ਉਸ ਨੂੰ ਉਤਾਰਿਆ, ਜਾਂ ਕੁਛ ਇੱਦਾਂ ਹੋ ਗਿਆ, ਕੁਛ ਅਣਸੁਖਾਵੀਂ ਘਟਨਾਵਾਂ ਵਾਪਰੀਆਂ ਆ, ਤਾਂ ਉਹਦੀ ਹਰ ਇੱਕ ਨੇ ਖੰਡਨ ਕੀਤਾ। ਸਰਕਾਰ ਨੇ ਵੀ, ਜੋ ਵਿਰੋਧੀ ਧਿਰ ਨੇ ਵੀ, ਮੈਂ ਖੁਦ ਵੀ ਕੀਤਾ, ਜੋ ਲੰਡਨ ਦੇ ਮੇਅਰ ਨੇ ਸਦੀਕ ਖਾਨ, ਉਹਨਾਂ ਨੇ ਵੀ ਕੀਤਾ ਵੀ ਇਦਾਂ ਕਿਸੇ ਨੂੰ ਹੱਕ ਨਹੀਂਗਾ ਵੀ ਕੋਈ ਵੀ ਕਿਸੇ ਹੋਰ ਦੀ ਪ੍ਰਾਪਰਟੀ ਤੇ ਕੋਈ ਕਿਸੇ ਹੋਰ ਤੇ ਵੀ ਕੋਈ ਇਦਾਂ ਦਾ ਜਿਹੜਾ ਤੁਸੀਂ ਨੁਕਸਾਨ ਪਹੁੰਚਾਓ। ਤੇ ਉਹ ਤੇ ਫਿਰ ਬਣਦੀ ਜਿਹੜੀ ਲੋੜੀਂਦੀ ਕਾਰਵਾਈ ਉਹ ਵੀ ਮੌਕੇ ਤੇ ਸਰਕਾਰ ਨੇ, ਪੁਲਿਸ ਨੇ, ਪ੍ਰਸ਼ਾਸਨ ਨੇ ਕੀਤੀ। ਤੇ ਦੇਖੋ, ਮੈਨੂੰ ਪਤਾ ਜਿਹੜੇ ਮੁਜ਼ਾਹਰੇ ਹੁਣ ਸਮਝੋ ਇੰਡੀਆ 'ਚ ਵੀ ਇੱਥੇ ਹੁੰਦੇ ਨੇ, ਕਈ ਅਲੱਗ-ਅਲੱਗ ਹੁੰਦਾ ਆ। ਇਹ ਸਰਕਾਰ ਦਾ ਫਰਜ਼ ਬਣਦਾ ਵੀ ਉਹ ਕਿਸ ਤਰੀਕੇ ਨਾਲ ਉਹਨਾਂ ਦੇ ਨਾਲ ਨਜਿੱਠਦੀ ਆ। ਪਰ ਲੋਕੀ ਸ਼ਾਂਤਮਈ ਢੰਗ ਦੇ ਨਾਲ ਆਪਣਾ ਜ਼ਰੂਰ ਜੋ ਆਪਣੀ ਆਵਾਜ਼ ਉਹਨਾਂ ਨੂੰ ਬੁਲੰਦ ਕਰਨ ਦਾ ਮੌਕਾ ਮਿਲਣਾ ਚਾਹੀਦਾ ਆ। ਸਿੱਧੂ ਮੂਸੇਵਾਲਾ ਇੱਕ ਉਹ ਹੀਰਾ ਸੀਗਾ ਜਿਹਨੇ ਪੂਰੀ ਦੁਨੀਆ ਦੇ ਵਿੱਚ ਪੱਗ ਨੂੰ ਪਹੁੰਚਾਇਆ। ਜਿੱਥੇ ਮੇਰਾ ਖਿਆਲ ਪੰਜਾਬੀ ਕਦੇ ਪਹੁੰਚ ਵੀ ਨਹੀਂ ਸਕਦੇ, ਉੱਥੇ ਵੀ ਪੰਜਾਬੀ ਮਿਊਜ਼ਿਕ ਪਹੁੰਚਣ ਲਾਤਾ ਉਸ ਬੰਦੇ ਨੇ। ਉਹਨਾਂ ਨੂੰ ਬਹੁਤ ਆਸ ਉਮੀਦ ਤੁਹਾਡੇ ਤੋਂ, ਤੁਹਾਨੂੰ ਵੀ ਉਹਨਾਂ ਦਾ ਪਰਿਵਾਰ ਮਿਲਿਆ। ਕੀ ਗੱਲਬਾਤ ਹੋਈ? ਸਿੱਧੂ ਮੂਸੇਵਾਲਾ ਦੇ ਪਿਤਾ ਜੀ ਲਗਾਤਾਰ ਮਿਲੇ ਤੁਹਾਨੂੰ? ਜੀ ਦੇਖੋ, ਜਿੱਥੇ ਤੱਕ ਸਿੱਧੂ ਮੂਸੇਵਾਲਾ ਜੀ ਦੀ ਗੱਲ ਹੈਗੀ ਆ, ਉਹਨਾਂ ਨੇ ਵੀ ਆਪਣੀ ਵੱਖਰੀ ਪਹਿਚਾਣ, ਜਿਹੜੀ ਛਾਪ ਜੋ ਦੁਨੀਆ ਤੇ ਛੱਡੀ, ਪੰਜਾਬੀ ਗਾਇਕੀ ਦੇ ਲਈ ਵੀ ਬਹੁਤ ਵੱਡੀਆਂ ਉਹਨਾਂ ਨੇ ਮੱਲਾਂ ਮਾਰੀਆਂ। ਤਾਂ ਪੰਜਾਬੀ ਗਾਇਕੀ ਜਦੋਂ ਤੁਸੀਂ ਆਖੀ ਕਿ ਉਹ ਕਈ ਹੋਰ ਵਿਅਕਤੀਆਂ ਤੱਕ ਉਹਨਾਂ ਨੇ ਪਹੁੰਚਾਈ ਜਿਨ੍ਹਾਂ ਨੇ ਕਦੀ ਨਹੀਂ ਸੁਣੀ ਸੀ। ਇਸ ਦੇ ਨਾਲ ਨਾਲ ਬਹੁਤ ਹੀ ਸੁਣ ਕੇ ਅਫਸੋਸ ਵੀ ਹੋਇਆ ਜਦੋਂ ਉਹਨਾਂ ਦੀ ਹੱਤਿਆ ਇੱਥੇ ਬੜੀ ਬੇਰਹਿਮੀ ਦੇ ਨਾਲ ਕੀਤੀ ਗਈ। ਤੇ ਉਹਨਾਂ ਦੇ ਮਾਤਾ ਪਿਤਾ ਜੀ ਵੀ ਸਤਿਕਾਰਯੋਗ ਜਦੋਂ ਮਿਲਣ ਆਏ, ਉਹਨਾਂ ਦੇ ਪਰਿਵਾਰ ਦੇ ਹੋਰ ਸਦੱਸਿਆ ਵੀ ਮੈਨੂੰ ਮਿਲਣ ਆਏ ਉੱਥੇ ਪਾਰਲੀਮੈਂਟ ਦੇ ਵਿੱਚ। ਤਾਂ ਉਦੋਂ ਵੀ ਮੈਂ ਉਹਨਾਂ ਨੂੰ ਵੀ ਇਹ ਗੱਲ ਆਖੀ ਸੀ ਕਿ ਦੇਖੋ, ਇਹ ਮਸਲਾ ਅਸੀਂ ਵੀ ਉਠਾਉਂਗੇ, ਅਸੀਂ ਉਹਨਾਂ ਸਰਕਾਰ ਤੱਕ ਇੱਥੇ ਦੀ ਵੀ ਉਹਨਾਂ ਨੂੰ ਗੁਜ਼ਾਰਿਸ਼ ਕਰੂੰਗਾ, ਕਿਉਂਕਿ ਜੋ ਸਿੱਧੂ ਮੂਸੇਵਾਲੇ ਉਹਨਾਂ ਦੀ ਉਹਨਾਂ ਕੋਲ ਰੈਜ਼ੀਡੈਂਸ ਪਰਮਿਟ ਸੀ। ਸੋ ਯੂਕੇ ਦੇ ਵਿੱਚ ਰਹਿਣ ਦਾ, ਉੱਥੇ ਕੰਮ ਕਰਨ ਦਾ ਉਹਨਾਂ ਨੇ ਰੈਜ਼ੀਡੈਂਟ ਪਰਮਿਟ ਹੋਲਡਰ ਹੋਣ ਦੇ ਨਾਤੇ ਅਸੀਂ ਯੂਕੇ ਦੀ ਸਰਕਾਰ ਲਈ ਉਹਨਾਂ ਤੱਕ ਪਹੁੰਚ ਕਰ ਸਕਦੇ ਹਾਂ। ਸੋ ਬਕਾਇਦਾ ਮੈਂ ਸਵਾਲ ਵੀ ਕੀਤਾ ਸੀਗਾ ਜਿਹੜੇ ਸਾਡੇ ਉੱਥੇ ਵਿਦੇਸ਼ ਮੰਤਰੀ ਸੀ ਵੀ ਇਹਦੇ ਬਾਰੇ ਤੁਸੀਂ ਇੱਥੇ ਦੀ ਸਰਕਾਰ ਤੱਕ ਕੋਈ ਪਹੁੰਚ ਕੀਤੀ, ਕੋਈ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਆ। ਕਿਉਂਕਿ ਮੇਰੇ ਵਰਗੇ ਤਾਂ ਇਹੀ ਅਪੀਲ ਕਰਦੇ ਹਾਂ, ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਇੱਥੇ ਦੀ ਸਰਕਾਰ, ਇੱਥੇ ਦਾ ਪ੍ਰਸ਼ਾਸਨ ਵੀ ਜੋ ਬਣਦੀ ਲੋੜੀਂਦੀ ਕਾਰਵਾਈ ਉਹ ਜ਼ਰੂਰ ਕਰੇ, ਤਾਂ ਕਿ ਉਹ ਮਾਂ-ਬਾਪ ਨੂੰ, ਉਹ ਪਰਿਵਾਰ ਨੂੰ ਇਨਸਾਫ ਮਿਲੇ, ਤੇ ਜਿਹੜੇ ਉਹ ਗੁਨਾਹਗਾਰਾਂ ਨੂੰ ਉਹ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਆ। ਮੈਨੂੰ ਪਤਾ ਵੀ ਇਹ ਜਿਹੜਾ ਕੋਰਟ ਕਚਹਿਰੀਆਂ 'ਚ ਇਹ ਮਸਲਾ ਇੱਥੇ ਚੱਲ ਰਿਹਾ ਆ। ਉਦੋਂ ਮੈਨੂੰ ਵੀ ਜਿਹੜੇ ਵਿਦੇਸ਼ ਮੰਤਰੀ ਸੀਗੇ ਉੱਥੇ ਯੂਕੇ 'ਚ, ਉਹਨਾਂ ਨੇ ਵਿਸ਼ਵਾਸ ਦਿਲਾਇਆ ਸੀਗਾ, ਲਿਖਤੀ ਰੂਪ 'ਚ ਉਹਨਾਂ ਨੇ ਜੋ ਜਵਾਬ ਵੀ ਜੋ ਮੈਨੂੰ ਭੇਜਿਆ ਸੀਗਾ ਉਹ ਇਹ ਸੀ ਕਿ ਇਹ ਹੈਗਾ ਤਾਂ ਉੱਥੇ ਦਾ ਜਿਹੜਾ ਇੰਡੀਆ ਦੀ ਸਰਕਾਰ ਦਾ ਉੱਥੇ ਦਾ ਜਿਹੜਾ ਪ੍ਰਸ਼ਾਸਨ ਆ
ਉਹ ਪੰਜਾਬ ਦੇ ਵਿੱਚ ਜੋ ਕਾਰਵਾਈ ਆ ਉਹ ਉਹਨਾਂ ਨੇ ਕਰਨੀ ਆ, ਪਰ ਸਾਨੂੰ ਇਸ ਗੱਲ ਦਾ ਪੂਰਾ ਇਲਮ ਵੀ ਆ, ਤਾਂ ਅਸੀਂ ਇਹ 'ਤੇ ਨਿਗਾਹ ਵੀ ਰੱਖ ਰਹੇ ਹਾਂ ਅਤੇ ਸਾਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਉਹ ਕਾਰਵਾਈ ਉੱਥੇ ਜ਼ਰੂਰ ਹੋਊਗੀ, ਤਾਂ ਪਰਿਵਾਰ ਨੂੰ ਇਨਸਾਫ ਮਿਲੂਗਾ। ਵਾਰ ਉਸ ਤੋਂ ਬਾਅਦ ਹੁਣ ਵੀ ਕੋਈ ਗੱਲਬਾਤ ਹੋਈ ਸਿੱਧੂ ਦੇ ਫਾਦਰ ਹੋਣਾ ਨਾਲ ਤੁਹਾਡੀ ਵੀ ਆਮ ਮਤਲਬ? ਉਹ ਮੈਨੂੰ ਪਿਛਲੀ ਦਫਾ ਵੀ ਮਿਲੇ ਸੀਗੇ, ਤਾਂ ਇਸ ਦਫਾ ਵੀ ਮਿਲੇ। ਐਤਕੀ ਉੱਥੇ ਜਿਹੜਾ ਮੀਡੀਆ ਸੀ ਉਹਦੇ ਵਿੱਚ ਵੀ ਨਾ ਸਿਰਫ ਪੰਜਾਬੀ ਜਾਂ ਸਿੱਖ ਮੀਡੀਆ ਦੇ ਵਿੱਚ, ਉਹ ਸਿਰਫ ਇੰਡੀਅਨ ਮੀਡੀਆ 'ਚ ਵਿੱਚ ਨਹੀਂ, ਉਹ ਮੇਨ ਸਟਰੀਮ ਜਿਹੜਾ ਮੀਡੀਆ ਉਹ 'ਤੇ ਵੀ ਬਕਾਇਦਾ ਸਾਡੀ ਜਿਹੜਾ ਉਹ 'ਚ ਵੀ ਇੰਟਰਵਿਊ ਹੋਈ ਸੀ, ਉਹਦੇ ਬਾਰੇ ਜਾਣਕਾਰੀ ਲੋਕਾਂ ਤੱਕ ਵੀ ਹੋਰ ਪਹੁੰਚੀ। ਸੋ ਇਹ ਕੋਸ਼ਿਸ਼ਾਂ ਜਾਰੀ ਨੇ। ਤਾਂ ਅਖੀਰ ਦੇ ਵਿੱਚ ਤਾਂ ਦੇਖੋ, ਜੋ ਇੱਥੇ ਦਾ ਜੋ ਸਰਕਾਰ, ਇੱਥੇ ਦਾ ਪ੍ਰਸ਼ਾਸਨ ਆ, ਪੁਲਿਸ ਆ, ਉਹਨਾਂ ਨੇ ਕਾਰਵਾਈ ਕਰਨੀ ਆ। ਸੋ ਮੈਨੂੰ ਪਤਾ ਬਹੁਤ ਸਾਰੇ ਜਿਹੜੇ ਸਿੱਧੂ ਮੂਸੇਵਾਲੇ ਜੀ ਦੇ ਇੱਥੇ ਵੀ ਉਹਨਾਂ ਦੇ ਬਹੁਤ ਸਾਰੇ ਸ਼ੁਭ ਚਿੰਤਕ ਨੇ, ਉਹਨਾਂ ਦੇ ਸਮਰਥਕ ਨੇ, ਉਹ ਵੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲੇ। ਇੱਥੋਂ ਦੇ ਸਿਸਟਮ ਦੇ ਵਿੱਚ ਔਰ ਉੱਥੋਂ ਦੇ ਸਿਸਟਮ ਦੇ ਵਿੱਚ, ਕਿਉਂਕਿ ਤੁਹਾਡਾ ਫੈਮਿਲੀ ਜਿਹੜੀ ਹੈ, ਤੁਸੀਂ ਪਿਆਰ ਲਗਾਤਾਰ ਪੰਜਾਬ ਨਾਲ ਹੈਗਾ, ਇੰਡੀਆ ਨਾਲ ਹੈਗਾ, ਔਰ ਉੱਥੇ ਹੀ ਤੁਸੀਂ ਉੱਥੋਂ ਦੇ ਸਿਸਟਮ ਨੂੰ ਵੀ ਬਹੁਤ ਡੀਪਲੀ ਜਾਣਦੇ ਹੋ। ਇੱਥੋਂ ਦੇ ਤੁਹਾਡੀ ਫੈਮਿਲੀ ਵੀ ਪੂਰਾ ਪੋਲੀਟੀਕਲ ਬੈਕਗ੍ਰਾਉਂਡ ਆ, ਔਰ ਮੈਂ ਇਹ ਜਾਣਨਾ ਚਾਹੁੰਦਾ ਕਿ ਉੱਥੋਂ ਦੀ ਪੋਲਿਟਿਕਸ ਦੇ ਵਿੱਚ ਜਾਂ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਔਰ ਇੱਥੋਂ ਦੀ ਪੋਲਿਟਿਕਸ ਔਰ ਇੰਡੀਆ ਦੇ ਜਾਂ ਪੰਜਾਬ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਫਰਕ ਕੀ ਮਹਿਸੂਸ ਕਰਦੇ ਹੋ ਤੁਸੀਂ? ਦੇਖੋ, ਹਰ ਇੱਕ ਦੇਸ਼ ਦੇ ਅਲੱਗ-ਅਲੱਗ ਤੌਰ ਤਰੀਕੇ ਹੁੰਦੇ ਨੇ। ਉਹਨਾਂ ਦੀ ਜਿਹੜੀ ਜਮਹੂਰੀਅਤ ਹੁੰਦੀ ਆ ਉਹ ਅਲੱਗ-ਅਲੱਗ ਤੌਰ ਤਰੀਕੇ ਦੀ ਹੁੰਦੀ ਆ। ਕਈ ਦੇਸ਼ਾਂ 'ਚ ਜਮਹੂਰੀਅਤ ਹੁੰਦੀ ਨਹੀਂ, ਕਈ ਦੇਸ਼ਾਂ 'ਚ ਤਾਨਾਸ਼ਾਹੀ ਵੀ ਹੁੰਦੀ ਆ, ਕੋਈ ਡਿਕਟੇਟਰਸ਼ਿਪ, ਕੋਈ ਇੱਦਾਂ ਦਾ ਵੀ ਮਾਹੌਲ ਹੁੰਦਾ। ਕਈ ਦੇਸ਼ਾਂ 'ਚ ਫੌਜ ਉੱਥੇ ਕਾਬਜ਼ ਹੋ ਜਾਂਦੀ ਆ। ਅਸੀਂ ਥੋੜ੍ਹੇ ਸਮੇਂ ਪਹਿਲਾਂ ਹੀ ਦੇਖਿਆ ਅਫਰੀਕਾ ਦੇ ਵਿੱਚ ਵੀ ਇੱਕ ਦੋ ਦੇਸ਼ ਉਹ ਵੀ ਉਸ ਰਸਤੇ ਵੱਲ ਨੂੰ ਤੁਰ ਪਏ ਨੇ, ਜੋ ਸਾਡੇ ਲਈ ਤਾਂ ਉਹ ਦੇਖ ਕੇ ਬਹੁਤ ਦੁੱਖ ਮਹਿਸੂਸ ਹੁੰਦਾ ਆ, ਕਿਉਂਕਿ ਲੋਕਾਂ ਦੀ ਚੁਣੀ ਹੋਈ ਸਰਕਾਰ, ਲੋਕਾਂ ਦੀ ਨੁਮਾਇੰਦਗੀ ਕਰਦੇ ਹੋਏ ਲੋਕਾਂ ਦੀ ਦੁੱਖ ਤਕਲੀਫਾਂ ਹੱਲ ਕੱਢਣ ਵਾਲੀ ਸਰਕਾਰ, ਉਹ ਬਹੁਤ ਜ਼ਰੂਰੀ ਹੁੰਦੀ ਆ। ਤਾਂ ਉਸ ਜੋ ਇੱਥੇ ਤਾਂ ਯੂਕੇ ਦੇ ਵਿੱਚ ਤਾਂ ਇੰਡੀਆ 'ਤੇ ਬਹੁਤ ਫਰਕ ਆ। ਇਹ ਤਾਂ ਇੱਥੇ ਦਾ ਜਿਹੜਾ ਪ੍ਰਸ਼ਾਸਨ ਆ, ਦੇਖੋ ਹਰ ਇੱਕ ਨੂੰ ਆਪੋ ਆਪਣੀ ਸੋਚ ਮੁਬਾਰਕ ਹੋਵੇ, ਹਰ ਇੱਕ ਤੌਰ ਤਰੀਕੇ ਨਾਲ ਚੱਲੇ। ਜੋ ਮੈਨੂੰ ਜਿਹੜਾ ਯੂਕੇ ਦਾ ਪਸੰਦ ਆ, ਕਿਉਂਕਿ ਮੈਂ ਉੱਥੇ ਤਾਂ ਜੰਮ ਪਲਿਆ, ਪਰ ਮੈਨੂੰ ਕੁਝ ਚੀਜ਼ਾਂ ਚੰਗੀਆਂ, ਕੁਝ ਚੀਜ਼ਾਂ ਮੈਂ ਚਾਹੁੰਦਾ ਹੁੰਦਾ ਵੀ ਉਹ 'ਚ ਆਪਾਂ ਹੋਰ ਵੀ ਬਿਹਤਰ ਹੋਈਏ। ਸੋ ਉਹ ਇੱਕ ਤਾਂ ਮੈਨੂੰ ਇਹ ਜ਼ਰੂਰੀ ਆ ਕਿ ਹਰ ਇੱਕ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਮੌਕਾ ਮਿਲਣਾ ਚਾਹੀਦਾ ਆ। ਮਨੁੱਖੀ ਅਧਿਕਾਰ ਹੋਣੇ ਚਾਹੀਦੇ ਆ। ਉਸ ਦੇ ਨਾਲ ਆਪਾਂ ਇਹੋ ਜਿਹਾ ਸਮਾਜ ਸਿਰਜੀਏ ਜਿੱਥੇ ਪਿਆਰ ਇਤਫਾਕ ਨੂੰ ਮੌਕਾ ਜ਼ਿਆਦਾ ਮਿਲੇ ਅਤੇ ਹਰ ਕੋਈ ਆਪਣੇ ਤੌਰ ਤਰੀਕੇ ਨਾਲ ਕੰਮ ਕਰ ਸਕੇ, ਉਹਨਾਂ ਨੂੰ ਵਧੀਆ ਆਮਦਨ ਮਿਲੇ, ਉਹ ਉਸ ਆਮਦਨ ਦੇ ਨਾਲ ਆਪਣੇ ਆਪ ਦੀ, ਆਪਣੇ ਪਰਿਵਾਰ ਦਾ ਉਹ ਦੇਖ ਰੇਖ ਕਰ ਸਕਣ। ਇਹ ਜਿਹੜੀਆਂ ਮੁੱਢਲੀਆਂ ਸਹੂਲਤਾਂ ਹੁੰਦੀਆਂ ਨੇ, ਜਿੱਦਾਂ ਹੁਣ ਉੱਥੇ ਆ, ਮੈਨੂੰ ਇਹ ਚੰਗਾ ਲੱਗਦਾ ਵੀ ਕਿਸੇ ਨੂੰ ਵੀ ਜਿਹੜੀਆਂ ਸਿਹਤ ਸੇਵਾਵਾਂ ਆ, ਕਿਉਂਕਿ ਉੱਥੇ ਜਿਹੜਾ ਟੈਕਸ ਜਿਹੜਾ ਕਰ ਆ ਉਹ ਵੀ ਕਾਫੀ ਜ਼ਿਆਦਾ ਅਦਾ ਹੁੰਦਾ ਆ। ਉਸ ਟੈਕਸ, ਉਸ ਕਰ ਦੇ ਨਾਲ ਫਿਰ ਜਿਹੜੀ ਸਰਕਾਰ ਆ, ਮੁਫਤ ਜਿਹੜੀਆਂ ਸਿਹਤ ਸੇਵਾਵਾਂ ਆ, ਵਧੀਆ ਸਾਫ ਸੁਥਰੇ ਹਸਪਤਾਲ ਹੋਣ, ਮੁਫਤ ਜਿਹੜੀ ਵਿੱਦਿਆ ਆ, ਵੀ 16 ਸਾਲ ਤੱਕ ਮੁਫਤ ਵਿੱਦਿਆ ਹੋਣੀ ਚਾਹੀਦੀ ਆ। ਤਾਂ ਉਹਦੇ ਮੁਤਾਬਕ ਇਹੋ ਜਿਹਾ ਢਾਂਚਾ ਆ ਉਹ ਬਣਾਇਆ ਹੋਇਆ ਤਾਂ ਕਿ ਹਰ ਕੋਈ ਵੀ ਅਗਾਂਹ ਵੱਧ ਸਕਦਾ ਆ, ਚਾਹੇ ਉਹਨਾਂ ਕੋਲ ਪੈਸੇ ਹੈਗੇ ਨਹੀਂ ਹੈਗੇ, ਪਰ ਜੇ ਉਹ ਮਿਹਨਤ ਮੁਸ਼ੱਕਤ ਕਰਦੇ ਨੇ ਤਾਂ ਉਹਨਾਂ ਨੂੰ ਵੀ ਉੱਭਰਨ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਆ। ਇਹ ਬਹੁਤ ਜ਼ਰੂਰੀ ਹੁੰਦਾ ਆ। ਅਤੇ ਅਲੱਗ-ਅਲੱਗ ਜਿਹੜੀਆਂ ਚੀਜ਼ਾਂ ਆ, ਕੁਛ ਸੱਭਿਆਚਾਰਕ ਤੌਰ 'ਤੇ ਬਹੁਤ ਸਾਰੇ ਵਖਰੇਵੇਂ ਹੁੰਦੇ ਨੇ ਜੋ ਯੂਕੇ ਤਾਂ ਬਾਕੀ ਦੇਸ਼ਾਂ 'ਚ। ਤਾਂ ਇਹ ਚਲੋ, ਜਿੱਦਾਂ ਮੈਂ ਕਹਿੰਦਾ, ਵੈਸੇ ਵੀ ਹੁਣ ਦੁਨੀਆ 'ਚ ਕਈ ਪਾਸੇ ਵਿਚਰਿਆ, ਕਈ ਸਾਨੂੰ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਉਹ ਚੀਜ਼ਾਂ ਸਿੱਖ ਕੇ ਉਹ ਗ੍ਰਹਿਣ ਕਰਕੇ ਤਾਂ ਅਸੀਂ ਫਿਰ ਜਦੋਂ ਯੂਕੇ ਵਾਪਸ ਜਾਂਦੇ, ਅਸੀਂ ਜ਼ਰੂਰ ਉਹ ਗੱਲਾਂ 'ਤੇ ਵਿਚਾਰ ਵਟਾਂਦਰਾ ਹੋਰਨਾਂ ਨਾਲ ਵੀ ਕਰਦੇ ਹਾਂ, ਪਾਰਲੀਮੈਂਟ ਦੇ ਵਿੱਚ ਵੀ, ਪਰ ਮੀਡੀਆ ਦੇ ਵਿੱਚ ਤਾਂ ਹੋਰ। ਜਦੋਂ ਭਾਈਚਾਰੇ 'ਚ ਅਸੀਂ ਬਹਿੰਦੇ ਹਾਂ ਵੀ ਆਹ ਦੇਸ਼ 'ਚ ਗਏ ਸੀ ਤਾਂ ਆਹ ਬਹੁਤ ਵਧੀਆ ਲੱਗਾ, ਤਾਂ ਇਹ ਆਪਾਂ ਨੂੰ ਵੀ ਇਹ ਅਖਤਿਆਰ ਕਰਨਾ ਚਾਹੀਦਾ। ਇੱਕ ਸਵਾਲ ਮੇਰਾ, ਇੱਕ ਦੋ ਨਿੱਕੇ ਹੋਰ ਸਵਾਲ ਨੇ, ਮੈਨੂੰ ਪਤਾ ਤੁਹਾਡਾ ਟਾਈਮ ਬਹੁਤ ਜ਼ਿਆਦਾ ਸਕੈਜੂਲ ਬਿਜੀ ਹੈ। ਸ਼ਸ਼ੀ ਥਰੂਰ ਨੇ ਐਮਪੀਯੂ ਲਗਾਤਾਰ ਜਾਂਦੇ ਆ, ਪਾਰਲੀਮੈਂਟ ਦੇ ਵਿੱਚ ਵੀ ਗਏ, ਔਰ ਉਹ ਵਾਰ-ਵਾਰ ਜ਼ਿਕਰ ਇਸ ਚੀਜ਼ ਦਾ ਕਰਦੇ ਆ, ਕਹਿੰਦੇ ਕਿ ਮਾਫੀ ਮੰਗਣੀ ਚਾਹੀਦੀ ਹੈ। ਕਹਿੰਦੇ ਬ੍ਰਿਟੇਨ ਨੇ, ਕਹਿੰਦੇ ਆਪਦੀਆਂ ਜਿਹੜੀਆਂ ਜਿਸ ਤਰੀਕੇ ਨਾਲ ਦੇਸ਼ਾਂ ਨੂੰ ਗੁਲਾਮ ਬਣਾ ਕੇ ਰੱਖਿਆ, ਭਾਵੇਂ ਭਾਰਤ ਨੂੰ ਵੀ ਗੁਲਾਮ ਬਣਾ ਕੇ ਰੱਖਿਆ ਸੀ, ਕਹਿੰਦੇ ਕਿ ਉਹਨਾਂ ਨੇ ਮਾਫੀ ਨਹੀਂ ਮੰਗੀ ਇਸ ਚੀਜ਼ ਨੂੰ ਲੈ ਕੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ, ਕਿਉਂਕਿ ਬ੍ਰਿਟੇਨ ਦੇ ਵਿੱਚ ਵੀ ਬਕਾਇਦਾ ਤੌਰ ਤੇ ਪਾਰਲੀਮੈਂਟ ਦੇ ਅੰਦਰ ਜਾ ਕੇ ਵੀ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਸੀ। ਦੇਖੋ, ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ, ਕਿਉਂਕਿ ਮੇਰੀ ਵੀ ਜਿਹੜੀ ਐਮਫਿਲ ਸੀਗੀ ਉਹ ਦੱਖਣੀ ਏਸ਼ੀਆ ਦੇ ਇਤਿਹਾਸ ਦੇ ਬਾਰੇ ਤੇ ਸਿਆਸਤ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਤਾਂ ਕਿਸ ਤਰੀਕੇ ਨਾਲ ਇੱਥੇ ਜੋ ਚੀਜ਼ਾਂ ਹੋਈਆਂ, ਜੋ ਵੰਡ ਤੋਂ ਪਹਿਲਾਂ ਦੀਆਂ ਗੱਲਾਂ, ਜੋ ਅਲੱਗ-ਅਲੱਗ ਸਮੇਂ 'ਤੇ
ਕੁਝ ਚੀਜ਼ਾਂ ਚੰਗੀਆਂ ਹੋਈਆਂ, ਕੁਝ ਬਹੁਤ ਮਾੜੀਆਂ ਵੀ ਹੋਈਆਂ। ਤਾਂ ਮੈਂ ਇਸ ਗੱਲ ਦਾ ਹਾਮੀ ਭਰਦਾ ਹਾਂ ਕਿ ਜਿਹੜੋਂ ਮਾੜੀਆਂ ਗੱਲਾਂ ਹੋਈਆਂ ਤਾਂ ਉਹਦੇ ਲਈ ਮਾਫੀ ਮੰਗਣਾ ਵੀ ਬਹੁਤ ਜ਼ਰੂਰੀ ਆ। ਤਾਂ ਉਹਨਾਂ ਚੀਜ਼ਾਂ ਤੋਂ ਸਬਕ ਸਿੱਖ ਕੇ ਤਾਂ ਆਪਾਂ ਅੱਗੇ ਨੂੰ ਵੀ ਵਧਣਾ ਬਹੁਤ ਜ਼ਰੂਰੀ ਆ। ਇਤਿਹਾਸ ਦੇ ਵਿਦਿਆਰਥੀ ਹੋਣ ਦੇ ਬਾਵਜੂਦ ਵੀ ਮੈਂ ਇਹ ਵੀ ਗੱਲ ਹਮੇਸ਼ਾ ਕਹੂੰਗਾ ਕਿ ਆਪਾਂ ਇਤਿਹਾਸ ਦੇ ਵਿੱਚ ਨਹੀਂ ਰਹਿ ਸਕਦੇ। ਆਪਾਂ ਨੂੰ ਵਰਤਮਾਨ ਦੇ ਵਿੱਚ ਰਹਿ ਕੇ ਭਵਿੱਖ ਵੱਲ ਨੂੰ ਦੇਖਣਾ ਪੈਂਦਾ, ਆਪਾਂ ਅੱਗੇ ਨੂੰ ਕਿੱਦਾਂ ਵਧਣਾ ਹੈ। ਤਾਂ ਜੋ ਕੁਛ ਮਾੜੀਆਂ ਗੱਲਾਂ ਹੋਈਆਂ ਨੇ, ਜਿਹੜੇ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਉਹਨਾਂ ਨੂੰ ਉਸ ਲਈ ਮਾਫੀ ਵੀ ਮੰਗਣੀ ਬਹੁਤ ਜ਼ਰੂਰੀ ਬਣਦੀ ਆ। ਤੇ ਆਪਾਂ ਰਲ ਮਿਲ ਕੇ ਸੰਬੰਧ ਜਿਹੜੇ ਆ ਉਹ ਵਧੀਆ ਵੀ ਬਣਾਉਣੇ, ਤਾਂ ਕਿ ਬਿਹਤਰ ਬਣਾ ਕੇ ਤਾਂ ਆਪਾਂ ਅੱਗੇ ਵਿਚਰੀਏ। ਤਨਮਨਜੀਤ ਸਿੰਘ ਢੇਸੀ ਸਾਡੇ ਨਾਲ ਸਨ, ਬ੍ਰਿਟਿਸ਼ MP ਨੇ ਔਰ ਮੰਤਰੀ ਵੀ ਨੇ, ਔਰ ਸਿੱਧੇ ਤੌਰ ਤੇ ਬੇਬਾਕੀ ਦੇ ਨਾਲ ਹਰ ਮਸਲੇ ਦੇ ਉੱਪਰ ਬੋਲਦੇ ਆ। ਪਾਰਲੀਮੈਂਟ ਦੇ ਵਿੱਚ ਜਾ ਕੇ ਵੀ ਮਸਲੇ ਚੁੱਕਦੇ ਨੇ, ਪੰਜਾਬ ਦਾ ਮਸਲਾ ਹੋਵੇ, ਇੰਡੀਆ ਦਾ ਮਸਲਾ ਹੋਵੇ, ਉਹਨਾਂ ਨੂੰ ਵੀ ਰੇਜ਼ ਕਰਦੇ ਆ। ਸਿੱਖਾਂ ਦੇ ਮਸਲਿਆਂ ਤੇ ਲਗਾਤਾਰ ਬੋਲਦੇ। ਕੱਲ ਇਹਨਾਂ ਨੂੰ ਰੋਕਿਆ ਗਿਆ ਸੀ ਜਦੋਂ ਪੰਜਾਬ ਫੇਰੀ ਤੇ ਆਏ ਹੋਏ ਆ, 2 ਘੰਟੇ ਇਹਨਾਂ ਨੂੰ ਟ੍ਰੀਟ ਕੀਤਾ ਗਿਆ ਕਹਿੰਦੇ, ਔਰ ਉੱਥੇ ਫਿਰ ਪੁੱਛਗਿੱਛ ਹੋਈ। ਉੱਥੇ ਫਿਰ ਇਹਨਾਂ ਨੂੰ ਕਿਹਾ ਕਿ ਕਾਰਡ ਤੁਸੀਂ, ਕਿਉਂਕਿ ਖਬਰਾਂ ਜਿਹੜੀਆਂ ਸਰਕੂਲੇਟ ਹੋਈਆਂ ਉਹਨਾਂ ਦਾ ਇਹਨਾਂ ਨੇ ਖੰਡਨ ਵੀ ਕੀਤਾ ਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਸੀ। ਹਾਲਾਂਕਿ ਉੱਥੇ ਪੁੱਛਗਿੱਛ ਹੋਈ, ਫਿਰ ਉਸ ਤੋਂ ਬਾਅਦ ਕਲੀਅਰੈਂਸ ਦਿੱਲੀ ਤੋਂ ਮਿਲੀ, ਜਿਸ ਤੋਂ ਬਾਅਦ 2 ਘੰਟਿਆਂ ਬਾਅਦ ਇਹਨਾਂ ਨੂੰ ਆਉਣ ਦਿੱਤਾ ਗਿਆ। ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਵੇਲੇ ਵੀ ਤਨਮਨਜੀਤ ਸਿੰਘ ਢੇਸੀ ਨੇ ਪੰਜਾਬ ਦੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਸੀ, ਦੇਸ਼ ਦੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਸੀ ਕਿ ਸਰਕਾਰ ਨੂੰ ਖੇਤੀਬਾੜੀ ਕਾਨੂੰਨ ਵਾਪਸ ਲੈਣੇ ਚਾਹੀਦੇ ਆ। ਉਸ ਤੋਂ ਬਾਅਦ ਲਗਾਤਾਰ ਨਿਸ਼ਾਨੇ ਤੇ ਵੀ ਸੀ ਢੇਸੀ ਹੁਣੀ, ਔਰ ਇਹਨਾਂ ਦੇ ਖਿਲਾਫ ਪੋਸਟਾਂ ਵੀ ਬਹੁਤ ਸਾਰੀਆਂ ਪਈਆਂ, ਇਹਨਾਂ ਦੇ ਖਿਲਾਫ ਕੰਪਲੇਂਟਸ ਵੀ ਬਹੁਤ ਸਾਰੀਆਂ ਹੋਈਆਂ। ਔਰ ਉਸੇ ਨੂੰ ਦੇਖਦਿਆਂ ਹੋਏ ਇਹਨਾਂ ਦੀ 2 ਘੰਟੇ ਪੁੱਛਗਿੱਛ ਤੋਂ ਬਾਅਦ ਫਿਰ ਦਿੱਲੀੋਂ ਕਲੀਅਰੈਂਸ ਹੋਣ ਤੋਂ ਬਾਅਦ ਇਹਨਾਂ ਨੂੰ ਭੇਜ ਦਿੱਤਾ ਗਿਆ।